ਬਦਲਾਵ ਇਹ ਨਾਰਾ ਦੇ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ। ਇਹਨਾਂ 9 ਮਹੀਨਿਆਂ ਦੇ ਵਿੱਚ 9.5 ਮਹੀਨਿਆਂ ਦੇ ਵਿੱਚ ਔਰ ਸਾਲ 2022 ਦੀ ਗੱਲ ਕਰੀਏ, ਕੀ ਕੁਝ ਬਦਲਾਵ ਤੁਸੀਂ ਮਹਿਸੂਸ ਕੀਤਾ? ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੋ ਚੁੱਕਾ ਹੈ ਕਿ ਕੋਈ ਲੀਡਰ, ਕੋਈ ਪਾਰਟੀ, ਕੋਈ ਸਰਕਾਰ ਵੀ ਇਮਾਨਦਾਰ ਹੋ ਸਕਦੀ ਹੈ। ਵਿਰੋਧੀ ਕਹਿੰਦੇ ਨੇ ਕਿ ਇਹ ਬਦਲਾਵ ਨਹੀਂ, ਉਹ ਤਾਂ ਬਦਲਾਵ ਨੂੰ ਬੈਡ ਲਾਅ ਕਹਿਣ ਲੱਗ ਗਏ ਨੇ, ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਚੱਕਦੇ ਨੇ ਔਰ ਵੱਖ-ਵੱਖ ਹੋਰ ਚੀਜ਼ਾਂ ਦੇ ਵਿੱਚ ਤੁਸੀਂ ਕੱਟੜ ਇਮਾਨਦਾਰ ਦੀ ਗੱਲ ਕਰਦੇ ਹੋ, ਇਮਾਨਦਾਰੀ ਦੇ ਉੱਤੇ ਵੀ ਉਹ ਤਾਂ ਸਵਾਲ ਖੜੇ ਕਰਦੇ ਹੋ। ਹੋਰ ਕੋਠੇ ਚੜ੍ਹ ਉਂਗਲੀਆਂ ਚੱਕਣ, ਰੌਲਾ ਪਾਉਣ ਸਾਡੇ ਖਿਲਾਫ ਆ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਉਹਨਾਂ ਨੂੰ ਜਵਾਬਦੇਹ ਨਹੀਂ ਹੈਗੇ। ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਸਿਰ ਤਾਜ ਸਜਾਇਆ ਹੈ, ਅਸੀਂ ਉਹਨਾਂ ਨੂੰ ਜਵਾਬਦੇਹ ਹਾਂ। 2022 ਦੇ ਵਿੱਚ ਅਜਿਹੇ ਕਿਹੜੇ ਕੰਮ, ਇਹੋ ਕਿਹੜੀਆਂ ਸੁਗਾਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਕਿ ਜਿਸ ਦੇ ਨਾਲ ਤੁਸੀਂ ਵੀ ਆਪਣੀ ਪਿੱਠ ਥਪਥਪਾਉਂਦੇ ਹੋਵੋਗੇ, ਪਾਰਟੀ ਕਹਿੰਦੀ ਹੋਊਗੀ ਕਿ ਹਾਂ ਅਸੀਂ ਕਰਕੇ ਦਿਖਾਇਆ। ਮਾਨ ਸਾਹਿਬ ਤੋਂ ਲੈ ਕੇ ਕਿਸੇ ਸਾਥੀ ਦੇ ਉੱਪਰ, ਠੀਕ ਹੈ ਨਾ, ਕੋਈ ਕਿਸੇ ਤਰੀਕੇ ਦਾ ਕੋਈ ਮਾਫੀਆ ਦਾ ਕੋਈ ਐਲੀਗੇਸ਼ਨ ਨਹੀਂ ਹੈਗਾ। ਅਸੀਂ ਆਪਣੇ ਮੇਜਰਲੀ ਜਿਹੜੇ ਵਾਅਦੇ ਸੀਗੇ, 300 ਯੂਨਿਟ ਹਰ ਘਰ ਨੂੰ ਹਰ ਮਹੀਨੇ ਬਿਜਲੀ ਦੇਣ ਵਾਲਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਰੱਖਿਆ ਹੈ। ਤੇ ਸਰਾਰੀ ਉਹਨਾਂ ਦਾ ਵੀ ਹਾਲਾਂਕਿ ਇਹ ਮੁੱਦਾ ਲਗਾਤਾਰ ਗਰਮਾਉਂਦਾ ਰਿਹਾ ਹੈ। ਸੈਸ਼ਨ ਦੇ ਵਿੱਚ ਵੀ ਬਹੁਤ ਵਿਰੋਧ ਹੋਇਆ, ਉਸ ਦੇ ਉੱਤੇ ਐਕਸ਼ਨ ਨਹੀਂ ਹੋਇਆ, ਉਸ ਨੂੰ ਵੀ ਲੈ ਕੇ ਬਾਰ-ਬਾਰ ਤੁਹਾਡੀ ਸਰਕਾਰ ਨੂੰ ਘੇਰਿਆ ਜਾਂਦਾ ਹੈ। ਹੋ ਸਕਦਾ ਕੱਲ੍ਹ ਨੂੰ ਮੇਰੇ ਕੋਲੋਂ ਵੀ ਕੋਈ ਕੰਮ ਕਰਦਿਆਂ ਅਨਇੰਟੈਂਸ਼ਨਲੀ ਜਾਣੇ ਦੇ ਵਿੱਚ ਗਲਤੀ ਹੋ ਜੇ ਤੇ ਉਹ 'ਚ ਕੱਲ੍ਹ ਨੂੰ ਕੋਈ ਕਹੇ ਵੀ ਅਮਨ ਨੇ ਇਹ ਜਾਣ ਕੇ ਗਲਤ ਕੀਤਾ, ਉਹਦਾ ਤਾਂ ਹੱਲ ਕੋਈ ਹੈ ਨਹੀਂਗਾ। ਪਰ ਇੰਟੈਂਸ਼ਨਸ ਨੇ ਜਿਹੜੀਆਂ ਉਹ ਸਾਡੇ ਸਾਰਿਆਂ ਦੀਆਂ ਬੜੀਆਂ ਸਾਫ਼ ਨੇ। ਇੱਦਾਂ ਤਾਂ ਹੁੰਦਾ ਨਹੀਂ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਹੈ, ਗਲਤੀਆਂ ਵੀ ਹੋ ਜਾਂਦੀਆਂ ਨੇ, ਕੁਛ ਮਾੜੇ ਐਕਸਪੀਰੀਅੰਸਿਸ ਵੀ ਰਹੇ ਹੋਣਗੇ। ਇਹਨਾਂ ਮਹੀਨਿਆਂ ਦੇ ਦੌਰਾਨ ਲੱਗਦਾ ਕਿ ਕੁਛ ਸਰਕਾਰ ਦੇ ਕੁਛ ਕੌੜੇ ਅਨੁਭਵ ਵੀ ਰਹੇ ਨੇ। ਕਿਤੇ ਨਾ ਕਿਤੇ ਪੋਲੀਟੀਕਲ ਲੈਵਲ ਦੇ ਉੱਪਰ ਪੰਜਾਬ ਨੂੰ, ਪੰਜਾਬੀਆਂ ਨੂੰ, ਭਗਵੰਤ ਮਾਨ ਜੀ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹੈ ਜਿਹੜਾ ਉਹ ਲਾਅ ਐਂਡ ਆਰਡਰ ਦੇ ਜ਼ਰੀਏ ਚੱਲ ਰਿਹਾ ਹੈ। 8 ਮਹੀਨਿਆਂ ਦੇ ਵਿੱਚ ਤੁਸੀਂ ਜਿਵੇਂ ਆਪਾਂ ਮਜ਼ਾਕ 'ਚ ਕਹਿੰਦੇ ਕਿ ਬੱਚੇ ਕੀ ਜਾਨ ਲੋਗੇ ਕਿਆ, ਹੁਣ ਹੋਰ ਦੱਸੋ। ਸਰਕਾਰ, ਉਹ ਸਰਕਾਰ ਜਿਹੜੀ 3 ਲੱਖ ਕਰੋੜ ਦੀ ਕਰਜ਼ਈ ਹੋਵੇ ਤੇ ਫਿਰ ਇੰਨਾ ਕੁਛ ਕਰ ਰਹੀ ਹੋਵੇ ਤੇ ਫਿਰ ਵੀ ਧਰਨੇ ਆਪਾਂ ਲਾਈਏ ਤੇ ਫਿਰ ਤਾਂ ਕੋਈ ਲੌਜਿਕ ਨਹੀਂ ਬਣਦਾ ਨਾ ਜੀ। ਐਂ ਤਾਂ ਕੰਮ ਹੀ ਨਹੀਂ ਚੱਲਣਾ ਹੈਗਾ। ਫਰਕ ਕੀ ਦੋਵਾਂ ਦੇ ਵਿੱਚ ਲੱਗਿਆ ਤੁਹਾਨੂੰ? ਕਿ ਵਾਕਈ ਲੱਗਦਾ ਹੈ ਕਿ ਇੱਧਰਲੇ ਪਾਸੇ ਆ ਕੇ ਕੰਡਿਆਂ ਦਾ ਤਾਜ ਹੈਗਾ ਸਿਰ ਦੇ ਉੱਤੇ ਔਰ ਜ਼ਿੰਮੇਵਾਰੀਆਂ ਭਾਰੀ ਪੈ ਜਾਂਦੀਆਂ ਨੇ, ਜਾਂ ਉੱਧਰਲੇ ਪਾਸੇ ਜਦੋਂ ਦੇਖਦੇ ਹੋ ਤਾਂ ਕਹਿੰਦੇ ਲੱਗਦਾ ਕਿ ਇੱਧਰ ਤਾਂ ਬਹੁਤ ਸੁਖਾਵਾਂ ਕੰਮ ਹੈ, ਜੇ ਸਾਡੇ ਹੱਥ ਦੇ ਵਿੱਚ ਆਵੇਗਾ ਤਾਂ ਅਸੀਂ ਆਰਾਮ ਨਾਲ ਕਰ ਦਾਂਗੇ। ਜੇ ਅਸੀਂ ਉੱਧਰ 5 ਸਾਲ ਪੂਰੀ ਇਮਾਨਦਾਰੀ ਦੇ ਨਾਲ ਆਪਦਾ ਆਪੋਜੀਸ਼ਨ ਦਾ ਰੋਲ ਅਦਾ ਕੀਤਾ ਤੇ ਸਾਨੂੰ ਲੋਕਾਂ ਨੇ ਇੱਧਰ ਬਿਠਾਤਾ, ਹੁਣ ਇੱਧਰ ਜੇ 5 ਸਾਲ ਅਸੀਂ ਪੂਰੀ ਇਮਾਨਦਾਰੀ ਨਾਲ ਨਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਤੇ ਲੋਕ ਸਾਨੂੰ ਉੱਧਰ ਬਿਠਾ ਦੇਣਗੇ, ਹੋ ਸਕਦਾ ਵਿਧਾਨ ਸਭਾ ਤੋਂ ਬਾਹਰ ਕੱਢ ਦੇਣ। ਕੀ ਕਨੈਕਟੀਵਿਟੀ ਨੂੰ ਲੈ ਕੇ ਵੀ ਕੋਈ ਵੱਡੇ ਪ੍ਰੋਜੈਕਟ ਆ ਰਹੇ ਨੇ? ਕਿਉਂਕਿ ਬਾਹਰਲੀ ਅਸੀਂ ਮੈਟਰੋ ਸਿਟੀਜ਼ ਦੀ ਗੱਲ ਕਰਦੇ ਹਾਂ ਤਾਂ ਕਨੈਕਟੀਵਿਟੀ ਮੈਟਰੋ ਦੇ ਰਾਹੀਂ ਬਹੁਤ ਜ਼ਿਆਦਾ ਆਸਾਨ ਹੋ ਚੁੱਕੀ ਹੈ। ਉੱਥੇ ਪੰਜਾਬ ਦੇ ਵੀ ਕਈ ਸ਼ਹਿਰ ਅਜਿਹੇ ਨੇ ਜਿੱਥੇ ਬਹੁਤ ਟ੍ਰੈਫਿਕ ਹੈ, ਬਹੁਤ ਕੰਜੈਸ਼ਨ ਹੈ, ਤਾਂ ਕੀ ਇਹਨਾਂ ਦੇ ਵਿੱਚ ਵੀ ਇਹੋ ਜਿਹੇ ਪ੍ਰੋਜੈਕਟਸ ਲੈ ਕੇ ਆਉਣ ਦੇ ਬਾਰੇ ਵਿਚਾਰ ਚੱਲ ਰਹੇ? 3 ਸ਼ਹਿਰ ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ, ਅਸੀਂ ਇਹਦੇ ਵਿੱਚ ਮੈਟਰੋ ਦਾ ਫੀਜ਼ੀਬਿਲਿਟੀ ਸਰਟੀਫਿਕੇਟ ਹੈ ਜਿਹੜੀ ਉਹ ਕਰਵਾਉਣ ਲੱਗਿਆ। CM ਸਾਹਿਬ ਦੀ ਇੱਛਾ ਹੈ ਕਿ ਇਹਨਾਂ ਦੇ ਵਿੱਚ, ਕਿਉਂਕਿ ਮੋਹਾਲੀ ਸਾਡੀ ਸ਼ੋਕੇਸ ਵਿੰਡੋ ਹੈ, ਲੁਧਿਆਣਾ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ ਪਿਆ, ਅੰਮ੍ਰਿਤਸਰ ਗੁਰੂ ਸਾਹਿਬ ਦੀ ਨਗਰੀ ਹੈ, ਉੱਥੇ ਕਨੈਕਟੀਵਿਟੀ ਹੈ ਜਿਹੜੀ ਉਹ ਦਰਬਾਰ ਸਾਹਿਬ ਨੂੰ, ਦੁਰਗਿਆਣਾ ਮੰਦਿਰ ਨੂੰ ਜੇ ਰੇਲਵੇ ਸਟੇਸ਼ਨ ਤੋਂ ਸਪੋਜ਼, ਮੇਰੀ ਆਪਣੀ ਐਗਜ਼ੰਪਸ਼ਨਸ ਨੇ, ਰੇਲਵੇ ਸਟੇਸ਼ਨ ਤੋਂ, ਏਅਰਪੋਰਟ ਤੋਂ ਕਨੈਕਟੀਵਿਟੀ ਹੋਵੇ। ਮੈਟਰੋ ਦਾ ਇੱਕ ਛੋਟਾ ਸਮੋਲਰ ਵਰਸ਼ਨ ਆਉਂਦਾ ਹੈ, ਮਾਡਰਨ ਵਰਸ਼ਨ ਹੈਗਾ ਮੈਟਰੋ ਨੀਓ ਔਰ ਲਾਈਟ, ਉਹਦੇ ਵਾਸਤੇ ਅਸੀਂ ਰਾਈਟਸ ਆਰਗੇਨਾਈਜੇਸ਼ਨ ਹੈ ਜਿਹੜੀ, ਅਸੀਂ ਉਹਨੂੰ ਲਿਖਣ ਲੱਗੇ ਹਾਂ। ਉਹਨਾਂ ਤੋਂ ਫੀਜ਼ੀਬਿਲਿਟੀ ਹੈ ਜਿਹੜੀ ਉਹਦੀ ਸਟੱਡੀ ਕਰਾਵਾਂਗੇ। 22 ਦੇ ਵਿੱਚ ਤਾਂ ਬਹੁਤ ਮੰਤਰੀ ਤੇ ਸਾਬਕਾ ਵਿਧਾਇਕ ਟੰਗ ਦਿੱਤੇ ਨੇ, 23 ਦੇ ਵਿੱਚ ਕਿਤੇ ਨੂੰ ਟੰਗਣ ਦੀ ਤਿਆਰੀ ਹੈ। ਚੰਨੀ ਦੇ ਉੱਤੇ ਵੀ ਰਡਾਰ ਪਹੁੰਚ ਚੁੱਕੀ ਹੈ। ਕਿਸੇ ਸੰਸਥਾ ਦੇ ਖਾਤੇ ਦੇ ਵਿੱਚੋਂ 1.5 ਕਰੋੜ ਰੁਪਇਆ ਉਹਦੇ ਮੁੰਡੇ ਦੇ ਵਿਆਹ ਤੇ ਲਾਤਾ। ਹੁਣ ਜੇ ਕੋਈ ਬੰਦਾ ਇਹੋ ਜਿਹਾ ਕੰਮ ਕਰੂਗਾ ਤੇ ਉਹ ਟੰਗੇ ਜਾਣਾ ਚਾਹੀਦਾ ਕਿ ਨਹੀਂ ਟੰਗੇ ਜਾਣਾ ਚਾਹੀਦਾ? ਤੁਸੀਂ ਦੱਸ ਦਿਓ। ਸਾਡਾ ਇਹ ਫੋਕਸ ਨਹੀਂ ਹੈ ਜੀ, ਨਾ ਸਾਡਾ ਇਹ ਮਕਸਦ ਹੈ, ਨਾ ਅਸੀਂ ਕਿਸੇ ਨੂੰ ਟੰਗਣ ਜਾਂ ਨਾ ਕਿਸੇ ਨੂੰ ਪੰਜਾਬ ਲੁਟਾਉਣ ਦੇ ਮਕਸਦ ਨਾਲ ਅਸੀਂ ਪੰਜਾਬ ਨਹੀਂ ਆਏ ਹੈਗੇ। ਅਸੀਂ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਦੇ ਮਕਸਦ ਦੇ ਨਾਲ ਆਏ ਹਾਂ ਔਰ ਇਹੀ ਕੰਮ ਕਰ ਰਹੇ ਹਾਂ। ਸੋ ਇਸ ਕਰਕੇ ਜਿਹਨੇ ਕਿਸੇ ਗਲਤ ਨਹੀਂ ਕੀਤਾ ਹੈਗਾ ਉਹਨੂੰ ਭੋਰਾ ਡਰਨ ਦੀ ਲੋੜ ਨਹੀਂ, ਆਪਦਾ ਹਿੱਕ ਥਾਪੜ ਕੇ ਉਹ ਮੌਜ ਨਾਲ ਘਰੇ ਬੈਠੇ। ਜਿਹਨੇ ਕਿਸੇ ਨੇ ਗਲਤ ਕੀਤਾ ਉਹ ਜਿੱਥੇ ਮਰਜ਼ੀ ਭੱਜ ਲਿਓ, ਬਖਸ਼ੇ ਨਹੀਂ ਜਾਣਾ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।
ਬਦਲਾਵ ਦੇ ਨਾਅਰੇ ਦੇ ਨਾਲ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੇ ਲਈ ਸਾਲ 2022 ਕਿਹੋ ਜਿਹਾ ਰਿਹਾ? ਕੀ ਕੁਝ ਸਰਕਾਰ ਦੀਆਂ ਉਪਲਬਧੀਆਂ ਰਹੀਆਂ ਔਰ ਕਿਹੜੀਆਂ ਚੀਜ਼ਾਂ ਸਰਕਾਰ ਹੁਣ 2023 ਦੇ ਵਿੱਚ ਅੱਗੇ ਲੈ ਕੇ ਜਾਣ ਵਾਲੀ ਹੈ? ਸਾਡੇ ਨਾਲ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਵਜ਼ੀਰ ਅਮਨ ਅਰੋੜਾ ਹੋਣੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਅਮਨ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਥੈਂਕ ਯੂ ਸੋ ਮਚ ਗਗਨ ਜੀ। ਬਦਲਾਵ, ਇਹ ਨਾਅਰਾ ਦੇ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ। ਇਹਨਾਂ 9 ਮਹੀਨਿਆਂ ਦੇ ਵਿੱਚ 9.5 ਮਹੀਨਿਆਂ ਦੇ ਵਿੱਚ ਔਰ ਸਾਲ 2022 ਦੀ ਗੱਲ ਕਰ ਲਈਏ, ਕੀ ਕੁਝ ਬਦਲਾਵ ਤੁਸੀਂ ਮਹਿਸੂਸ ਕੀਤਾ ਔਰ ਕੀ ਕੁਝ ਲੱਗਦਾ ਕਿ ਲੋਕਾਂ ਨੇ ਬਦਲਾਵ ਮਹਿਸੂਸ ਕੀਤਾ? ਦੇਖੋ, ਮੈਂ ਸਮਝਦਾ ਕਿ ਇੱਕੋ ਹੀ ਸਭ ਤੋਂ ਵੱਡਾ ਬਦਲਾਅ ਜਿਹੜਾ ਜਿਸ ਨੂੰ ਪੰਜਾਬ ਨੂੰ ਜਿਸ ਦੀ ਲੋੜ ਸੀਗੀ, ਔਰ ਪੰਜਾਬ ਦੇ 3.25 ਕਰੋੜ ਲੋਕ ਵੀ ਮੇਰੇ ਨਾਲ ਇਸ ਗੱਲ ਦੇ ਵਿੱਚ ਸਹਿਮਤ ਹੋਣਗੇ ਕਿ ਸਭ ਤੋਂ ਵੱਡਾ ਬਦਲਾਅ ਤਾਂ ਇਹ ਹੋਇਆ ਕਿ ਜਿਹੜਾ ਪੰਜਾਬੀਆਂ ਦਾ ਇੱਕ ਵਿਸ਼ਵਾਸ ਟੁੱਟ ਚੁੱਕਿਆ ਸੀਗਾ। ਇੱਕ ਗੱਲ ਘਰ ਕਰ ਚੁੱਕੀ ਸੀਗੀ ਕਿ ਕੋਈ ਪੋਲੀਟੀਕਲ ਪਾਰਟੀ, ਕੋਈ ਲੀਡਰ, ਕੋਈ ਸਰਕਾਰ ਇਮਾਨਦਾਰ ਹੋ ਹੀ ਨਹੀਂ ਸਕਦੇ ਪੰਜਾਬ ਦੇ ਵਿੱਚ। ਉਹ ਜਿਹੜਾ ਉਹਨਾਂ ਦਾ ਵਿਸ਼ਵਾਸ ਸੀਗਾ ਉਹ ਤੋੜਨ ਦੇ ਵਿੱਚ ਅਸੀਂ ਕਾਮਯਾਬ ਹੋਇਆ। ਅੱਜ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੋ ਚੁੱਕਾ ਹੈ ਕਿ ਕੋਈ ਲੀਡਰ, ਕੋਈ ਪਾਰਟੀ, ਕੋਈ ਸਰਕਾਰ ਵੀ ਇਮਾਨਦਾਰ ਹੋ ਸਕਦੀ ਹੈ। ਔਰ ਇਸੇ ਇਮਾਨਦਾਰੀ ਦਾ ਜਿਹੜਾ ਵਿਸ਼ਵਾਸ ਅਸੀਂ ਲੋਕਾਂ ਦਾ ਜਿੱਤਿਆ ਹੈ, ਇਹ ਇੱਕ ਜਿਹੜਾ ਬਹੁਤ ਵੱਡਾ ਪਾੜਾ ਜਿਹੜਾ ਪੈ ਚੁੱਕਿਆ ਸੀਗਾ ਲੋਕਾਂ ਤੇ ਸਰਕਾਰਾਂ ਦੇ ਵਿਚਾਲੇ, ਇੱਕ ਟਰਸਟ ਡੈਫਿਸਿਟ ਬਣ ਚੁੱਕਿਆ ਸੀਗਾ, ਉਹਨੂੰ ਪੂਰਾ ਕਰਨ ਦੇ ਵਿੱਚ, ਉਸ ਪਾੜੇ ਨੂੰ ਖਤਮ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ। ਇਹ ਸਭ ਤੋਂ ਵੱਡੀ ਅਚੀਵਮੈਂਟ ਹੈ। ਪਰ ਜਿਹੜੀ ਤੁਸੀਂ ਕਹਿ ਰਹੇ ਹੋ ਸਭ ਤੋਂ ਵੱਡੀ ਅਚੀਵਮੈਂਟ ਹੈ, ਇਹ ਵਿਰੋਧੀਆਂ ਨੂੰ ਕਿਉਂ ਨਹੀਂ ਹਜਮ ਹੁੰਦੀ? ਵਿਰੋਧੀ ਕਹਿੰਦੇ ਨੇ ਕਿ ਇਹ ਬਦਲਾਵ ਨਹੀਂ, ਉਹ ਤਾਂ ਬਦਲਾਵ ਨੂੰ ਬੈਡ ਲਾਅ ਕਹਿਣ ਲੱਗ ਗਏ ਨੇ, ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਚੱਕਦੇ ਨੇ, ਔਰ ਵੱਖ-ਵੱਖ ਹੋਰ ਚੀਜ਼ਾਂ ਦੇ ਵਿੱਚ ਤੁਸੀਂ ਕੱਟੜ ਇਮਾਨਦਾਰ ਦੀ ਗੱਲ ਕਰਦੇ ਹੋ, ਇਮਾਨਦਾਰੀ ਦੇ ਉੱਤੇ ਵੀ ਉਹ ਤਾਂ ਸਵਾਲ ਖੜੇ ਕਰ ਦਿੰਦੇ। ਦੇਖੋ, ਇਸ ਤਰ੍ਹਾਂ ਹੈ ਕਿ ਸਾਨੂੰ ਖੁਸ਼ੀ ਹੈ ਕਿ ਉਹ ਸਾਡੀਆਂ ਗਵਰਨੈਂਸ ਦੇ ਉੱਪਰ, ਸਾਡੀ ਸੋਚ ਦੇ ਉੱਪਰ, ਸਾਡੇ ਕੰਮ ਕਰਨ ਦੇ ਤੌਰ ਤਰੀਕਿਆਂ ਦੇ ਉੱਪਰ ਉਹ ਤਕਲੀਫ ਮੰਨਦੇ ਨੇ। ਸਾਨੂੰ ਤਾਂ ਖੁਸ਼ੀ ਹੈ ਇਸ ਗੱਲ ਦੀ, ਕਿਉਂਕਿ ਜੇ ਉਹ ਤਕਲੀਫ ਮੰਨਦੇ ਨੇ ਤਾਂ ਇਹਦਾ ਮਤਲਬ ਇਹ ਗੱਲ ਸਹੀ ਹੈ ਕਿ ਅਸੀਂ ਸਹੀ ਰਾਹ ਤੁਰੇ ਹੋਏ ਹਾਂ। ਉਹਨਾਂ ਨੂੰ ਉਹਨਾਂ ਦੀਆਂ ਰਾਜਨੀਤਿਕ ਰੋਟੀਆਂ ਸਿਕਣੀਆਂ ਬੰਦ ਹੋ ਜਾਣੀਆਂ ਨੇ। ਇਸੇ ਗੱਲ ਕਰਕੇ ਉਹ ਉਂਗਲੀਆਂ ਚੱਕਦੇ ਨੇ। ਮੈਂ ਸਮਝਦਾ ਕਿ ਚੰਗੀ ਗੱਲ ਹੈ। ਹੋਰ ਕੋਠੇ ਚੜ੍ਹ ਉਂਗਲੀਆਂ ਚੱਕਣ, ਰੌਲਾ ਪਾਉਣ ਸਾਡੇ ਖਿਲਾਫ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਉਹਨਾਂ ਨੂੰ ਜਵਾਬਦੇਹ ਨਹੀਂ ਹੈਗੇ। ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਸਿਰ ਤਾਜ ਸਜਾਇਆ ਹੈ, ਅਸੀਂ ਉਹਨਾਂ ਨੂੰ ਜਵਾਬਦੇਹ ਹਾਂ। ਅਤੇ ਉਹਨਾਂ ਦਾ ਜਦੋਂ ਤੱਕ ਵਿਸ਼ਵਾਸ ਸਾਡੇ ਨਾਲ ਹੈ, ਅਤੇ ਇਹ ਚਾਹੇ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਸਾਨੂੰ 1% ਪਰਵਾਹ ਨਹੀਂ ਹੈਗੀ। ਅਮਨ ਜੀ, ਸਾਲ 2022 ਦੇ ਜੇਕਰ ਅਸੀਂ ਮਿੱਠੇ ਅਨੁਭਵਾਂ ਦੀ ਗੱਲ ਕਰੀਏ, ਕੀ ਲੱਗਦਾ ਹੈ ਕਿ ਪ੍ਰਾਪਤੀਆਂ, ਹਾਲਾਂਕਿ ਤੁਸੀਂ ਕਿਹਾ ਕਿ ਪਰਸੈਪਸ਼ਨ ਲੋਕਾਂ ਦੇ ਵਿੱਚ ਇਹ ਆ ਗਈ ਹੈ ਕਿ ਇਹ ਇਮਾਨਦਾਰ ਸਰਕਾਰ ਹੈਗੀ ਹੈ, ਪਰ ਜੇ ਮੈਂ ਕੰਮਾਂ ਦੀ ਗੱਲ ਕਰਾਂ, ਕੀ ਲੱਗਦਾ 2022 ਦੇ ਵਿੱਚ ਅਜਿਹੇ ਕਿਹੜੇ ਕੰਮ, ਕਿਹੜੀਆਂ ਸੁਗਾਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਕਿ ਜਿਸ ਦੇ ਨਾਲ ਤੁਸੀਂ ਵੀ ਆਪਣੀ ਪਿੱਠ ਥਪਥਪਾਉਂਦੇ ਹੋਵੋਗੇ, ਪਾਰਟੀ ਕਹਿੰਦੀ ਹੋਊਗੀ ਕਿ ਹਾਂ ਅਸੀਂ ਕਰਕੇ ਦਿਖਾਇਆ? ਦੇਖੋ, ਇਸ ਤਰ੍ਹਾਂ ਹੈ ਕਿ ਸਭ ਤੋਂ ਦੇਖੋ, ਜਿਹੜੇ ਤਾਂ ਜਰਨਲ ਕੰਮ ਨੇ, ਡਿਵੈਲਪਮੈਂਟ ਦੇ ਕੰਮ ਨੇ, ਰੋਜ਼ਮर्रा ਦੇ ਕੰਮ ਨੇ, ਇਹ ਤਾਂ ਗਵਰਨੈਂਸ ਦਾ ਰੋਜ਼ ਦਾ ਪਾਰਟ ਹੁੰਦਾ ਹੈ। ਇਹ ਤਾਂ 24 ਘੰਟੇ 12 ਮਹੀਨੇ 30 ਦਿਨ 24 ਘੰਟੇ ਤੁਸੀਂ ਕਰਨਾ ਹੀ ਹੁੰਦਾ। ਇਹ ਤਾਂ ਚੱਲਦਾ ਰਿਹਾ ਅਤੇ ਚੱਲਦਾ ਰਹੂਗਾ। 2 ਕੰਮ ਘੱਟ ਹੋ ਗਏ, 2 ਕੰਮ ਵੱਧ ਹੋ ਗਏ, 2 ਕਿਸੇ ਨੂੰ ਚੰਗੇ ਲੱਗਣਗੇ, 2 ਕਿਸੇ ਨੂੰ ਮਾੜੇ ਲੱਗਣਗੇ, ਉਹ ਤਾਂ ਐਂਡਲੈਸ ਕੰਮ ਹੈ। ਪਰ ਜਿਹੜੀ ਗੱਲ ਮੈਂ ਸਮਝਦਾ ਹਾਂ ਕਿ ਇੱਕ ਚੰਗਾ ਅਨੁਭਵ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਮਾਨਦਾਰੀ ਵਾਲੀ ਗੱਲ, ਭ੍ਰਿਸ਼ਟਾਚਾਰ ਨੂੰ, ਮਾਫੀਆਜ਼ ਨੂੰ ਖਤਮ ਕਰਨ ਵਾਲੀ ਗੱਲ। ਸਾਡੇ ਹਜੇ ਤੱਕ ਇਹ ਵੀ ਇੱਕ ਬਹੁਤ ਚੰਗਾ ਅਨੁਭਵ ਹੈ। ਸਾਡੇ ਕਿਸੇ ਮਾਨ ਸਾਹਿਬ ਤੋਂ ਲੈ ਕੇ ਕਿਸੇ ਸਾਥੀ ਦੇ ਉੱਪਰ, ਠੀਕ ਹੈ ਨਾ, ਕੋਈ ਕਿਸੇ ਤਰੀਕੇ ਦਾ ਕੋਈ ਮਾਫੀਆ ਦਾ ਕੋਈ ਐਲੀਗੇਸ਼ਨ ਨਹੀਂ ਹੈਗਾ। ਅਸੀਂ ਆਪਣੇ ਮੇਜਰਲੀ ਜਿਹੜੇ ਵਾਅਦੇ ਸੀਗੇ, 300 ਯੂਨਿਟ ਹਰ ਘਰ ਨੂੰ ਹਰ ਮਹੀਨੇ ਬਿਜਲੀ ਦੇਣ ਵਾਲਾ ਕੰਮ ਹੈ ਜਿਹੜਾ, ਉਹ ਸ਼ੁਰੂ ਕਰ ਰੱਖਿਆ ਹੈ। ਤਕਰੀਬਨ 30,000 ਨੌਜਵਾਨ ਮੁੰਡੇ ਕੁੜੀਆਂ ਨੂੰ ਨਵੀਆਂ ਨੌਕਰੀ ਦੇਣ ਦਾ ਕੰਮ ਜਾਂ ਰੈਗੂਲਰਾਈਜ਼ ਕਰਨ ਦਾ ਕੰਮ ਹੈ ਜਿਹੜਾ, ਉਹ ਸ਼ੁਰੂ ਕਰ ਰੱਖਿਆ ਹੈ। ਜਿਹੜੇ ਮਲਟੀਪਲ ਪੈਨਸ਼ਨਾਂ ਲੈਂਦੇ ਸੀਗੇ, ਉਹਨਾਂ ਦੇ ਜਵਾੜਿਆਂ ਦੇ ਵਿੱਚੋਂ ਪੈਸਾ ਕੱਢ ਕੇ ਅਸੀਂ ਲੋਕਾਂ ਦੇ ਘਰਾਂ ਚੁੱਲ੍ਹਿਆਂ ਤੱਕ ਉਹ ਪੈਸਾ ਪਹੁੰਚਾਉਣ ਦਾ ਕੰਮ ਹੈ ਜਿਹੜਾ, ਉਹ ਕਰ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਇੱਕ ਤੁਹਾਨੂੰ ਕਿਸਾਨੀ ਦੀ ਜੇ ਗੱਲ ਕਰ ਲਈਏ, 2007 ਦੇ ਵਿੱਚ ਮੇਰੇ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਇਸੇ ਗੱਲ 'ਤੇ ਇਲੈਕਸ਼ਨ ਲੜ ਗਏ ਸੀ ਕਿ ਮੈਂ 8 ਘੰਟੇ ਬਿਜਲੀ ਤੇ ਫਸਲਾਂ ਦੀ ਚੁਕਾਈ ਕੀਤੀ। ਇਹ ਸਾਡੇ ਲਈ, ਭਗਵੰਤ ਮਾਨ ਜੀ ਲਈ ਚੁਟਕੀ ਦਾ ਖੇਲ ਸੀਗਾ। ਜਿਹੜਾ ਕੰਮ CM ਦੇ ਇੱਕ ਇਸ਼ਾਰੇ 'ਤੇ 2 ਪ੍ਰਿੰਸੀਪਲ ਸੈਕਟਰੀ ਤੋਂ ਕਰਵਾਇਆ ਜਾ ਸਕਦਾ ਹੈ, ਉਹਦੇ ਸਿਰ 'ਤੇ ਉਹ ਪੁਰਾਣੀਆਂ ਪਾਰਟੀਆਂ ਇਲੈਕਸ਼ਨਾਂ ਲੜਦੇ ਰਹੇ। ਇੱਥੇ 8 ਘੰਟੇ ਕੀ 24 ਘੰਟੇ ਬਿਜਲੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਮਿਲੀ ਹੈ, ਜਿਨ੍ਹਾਂ ਦੇ ਉੱਪਰ ਇਹ ਸਵਾਲ ਚੱਕਦੇ ਸੀਗੇ ਕਿ ਬਿਜਲੀ ਕਿੱਥੋਂ ਆਊਗੀ,
ਠੀਕ ਹੈ। ਇਸੇ ਤਰੀਕੇ ਦੇ ਨਾਲ ਫਸਲਾਂ ਦੀ ਚੁਕਾਈ ਦੀ ਗੱਲ ਕਰ ਲਈਏ, ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਈ ਹੈਗੀ। ਜਿਹੜੇ ਗੰਨੇ ਦਾ ਰੇਟ ਸਭ ਤੋਂ ਪਹਿਲਾਂ ਘੱਟ ਹੁੰਦਾ ਸੀਗਾ ਪੂਰੇ ਮੁਲਕ ਦੇ ਵਿੱਚੋਂ, ਉਹ ਸਭ ਤੋਂ ਵੱਧ ਹੈ ਜਿਹੜਾ ਉਹ ਮਿਲ ਗਿਆ। ਸੋ ਬਹੁਤ ਸਾਰੀਆਂ ਵੱਡੀ ਇਨਵੈਸਟਮੈਂਟਾਂ ਨੇ ਜਿਹੜੀਆਂ ਉਹ ਦੂਸਰੀਆਂ ਸਟੇਟਸ ਤੋਂ ਔਰ ਬਾਹਰਲੇ ਮੁਲਕਾਂ ਤੋਂ ਉਹ ਲੈ ਕੇ ਆਉਣ ਦੀ ਅਸੀਂ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਕੁਛ ਹੈ ਜਿਹੜਾ ਅਸੀਂ ਅਚੀਵ ਕਰ ਰਹੇ ਹਾਂ, ਕਰ ਲਿਆ, ਅਤੇ ਬਹੁਤ ਸਾਰਾ ਇਹੋ ਜਿਹਾ ਕੁਛ ਵੀ ਹੈ ਜਿਹਦਾ ਇਹੋ ਜਿਹੇ ਅਚੀਵ ਅਸੀਂ ਕਰਨਾ ਬਾਕੀ ਹੈ ਸਾਡਾ। ਪਰ ਦਿਨ ਰਾਤ ਸਾਰੇ ਇੱਕ ਟੀਮ ਬਣ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੱਗੇ ਹੋਏ ਹਾਂ। ਅਤੇ ਜਿੱਥੇ ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਿੱਥੇ ਜਹਾਂ ਚਾਹ ਵਹਾਂ ਰਾਹ, ਜਿੱਥੇ ਨੀਅਤ ਸਾਫ਼ ਹੋਵੇ ਨਾ ਜੀ, ਉੱਥੇ ਬਾਬਾ ਨਾਨਕ ਵੀ ਆਪ ਹੀ ਮਿਹਰਾਂ ਕਰਦਾ। ਤੁਸੀਂ ਕਿਹਾ ਕਿ ਸਾਡੇ ਕਿਸੇ ਵੀ ਸਾਥੀ ਦੇ ਉੱਤੇ ਇਹੋ ਜਿਹਾ ਕੋਈ ਇਲਜ਼ਾਮ ਨਹੀਂ, ਹਾਲਾਂਕਿ ਇੱਕ ਇਲਜ਼ਾਮ ਲੱਗਿਆ ਸੀ, ਮਾਨ ਸਾਹਿਬ ਨੇ ਉੱਤੇ ਆਪ ਹੀ ਐਕਸ਼ਨ ਲੈ ਲਿੱਤਾ। ਦੂਸਰੇ ਪਾਸੇ ਸਰਾਰੀ ਉਹਨਾਂ ਦਾ ਵੀ ਹਾਲਾਂਕਿ ਇਹ ਮੁੱਦਾ ਲਗਾਤਾਰ ਗਰਮਾਉਂਦਾ ਰਿਹਾ, ਸੈਸ਼ਨ ਦੇ ਵਿੱਚ ਵੀ ਬਹੁਤ ਵਿਰੋਧ ਹੋਇਆ, ਉਸ ਦੇ ਉੱਤੇ ਐਕਸ਼ਨ ਨਹੀਂ ਹੋਇਆ, ਉਸ ਨੂੰ ਵੀ ਲੈ ਕੇ ਬਾਰ-ਬਾਰ ਤੁਹਾਡੀ ਸਰਕਾਰ ਨੂੰ ਘੇਰਿਆ ਜਾਂਦਾ। ਇਸ ਨੂੰ ਦੇਖੋ, ਇਸ ਤਰ੍ਹਾਂ ਕਿ ਘੇਰਿਆ ਜਾਣਾ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹ ਚੀਜ਼ਾਂ ਤਾਂ ਨੋਰਮਲ ਪ੍ਰੋਸੈਸ ਦੇ ਵਿੱਚ, ਨੋਰਮਲ ਗਵਰਨੈਂਸ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਪਰ ਕਿਤੇ ਵੀ ਕਿਸੇ ਵੀ ਲੈਵਲ ਦੇ ਉੱਪਰ ਇਨ ਜਨਰਲ 100% ਤਾਂ ਜੇ ਮੈਂ ਕਹਾਂ 100% ਤਾਂ ਵੀ ਕੋਈ ਚੀਜ਼ ਚਾਹੇ ਕੋਈ ਚੰਗੀ ਚਾਹੇ ਕੋਈ ਮਾੜੀ ਹੈ, ਉਹ ਕਿਤੇ ਕਿਸੇ ਸਮਾਜ ਦੇ ਵਿੱਚੋਂ ਖਤਮ ਹੋ ਜੂਗੀ, ਤਾਂ ਪੋਸੀਬਲ ਨਹੀਂ ਹੈਗਾ। ਪਰ ਇਨ ਜਨਰਲ ਮਾਨ ਸਾਹਿਬ ਦੇਖ ਲਓ, ਉਹਨਾਂ ਦੀ ਟੀਮ ਦੇਖ ਲਓ, ਬੜੀ ਇਮਾਨਦਾਰੀ ਦੇ ਨਾਲ, ਬੜੀਆਂ ਚੰਗੀਆਂ ਇੰਟੈਂਸ਼ਨਸ ਦੇ ਨਾਲ, ਹੋ ਸਕਦਾ ਕੱਲ੍ਹ ਨੂੰ ਮੇਰੇ ਕੋਲੋਂ ਵੀ ਕੋਈ ਕੰਮ ਕਰਦੇ ਹਾਂ ਅਨਇੰਟੈਂਸ਼ਨਲੀ, ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ, ਅਤੇ ਉਹ 'ਚ ਕੱਲ੍ਹ ਨੂੰ ਕੋਈ ਕਹੇ ਜੀ ਵੀ ਅਮਨ ਨੇ ਇਹ ਜਾਣ ਕੇ ਗਲਤ ਕੀਤਾ, ਉਹਦਾ ਤਾਂ ਹੱਲ ਕੋਈ ਹੈ ਨਹੀਂ ਗਾ। ਪਰ ਇੰਟੈਂਸ਼ਨਸ ਨੇ ਜਿਹੜੀਆਂ ਉਹ ਸਾਡੇ ਸਾਰਿਆਂ ਦੀਆਂ ਬੜੀਆਂ ਸਾਫ਼ ਨੇ। ਅਮਨ ਜੀ, ਔਰ ਇਹਦਾ ਤੁਸੀਂ ਚੰਗੇ ਅਨੁਭਵਾਂ ਦੀ ਗੱਲ ਕਰ ਲਿੱਤੀ, ਕੋੜੇ ਅਨੁਭਵ ਕੀ ਰਹੇ ਇਸ ਵਾਰ ਸਰਕਾਰ ਦੇ? ਇੱਦਾਂ ਤਾਂ ਹੁੰਦਾ ਨਹੀਂ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਗਲਤੀਆਂ ਵੀ ਹੋ ਜਾਂਦੀਆਂ ਨੇ, ਕੁਛ ਮਾੜੇ ਐਕਸਪੀਰੀਅੰਸਿਸ ਵੀ ਰਹੇ ਹੋਣਗੇ। ਇਹਨਾਂ ਮਹੀਨਿਆਂ ਦੇ ਦੌਰਾਨ ਲੱਗਦਾ ਕਿ ਕੁਛ ਸਰਕਾਰ ਦੇ ਕੁਛ ਕੋੜੇ ਅਨੁਭਵ ਵੀ ਰਹੇ ਨੇ। ਦੇਖੋ, ਡੈਫੀਨੇਟਲੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੁੰਦੇ ਹੋ, ਹਰੇਕ ਆਪਾਂ ਜੇ ਆਪਾਂ ਆਪਦੇ ਘਰ ਦੀ ਗੱਲ ਕਰ ਲਈਏ, ਘਰ ਦੇ ਵਿੱਚ ਵੀ ਚੰਗੇ ਮਾੜੇ ਐਕਸਪੀਰੀਅੰਸਿਸ ਹੁੰਦੇ ਨੇ। ਜਦੋਂ ਏਡੀ ਵੱਡੀ ਸਟੇਟ ਚਲਾਉਣੀ ਹੈ, ਤੁਸੀਂ 3 ਕਰੋੜ ਲੋਕਾਂ ਨੇ ਤੁਹਾਨੂੰ ਆਪਣਾ ਇੰਜਣ ਬਣਾ ਕੇ ਮੂਹਰੇ ਲਾਇਆ, ਅਤੇ ਚੰਗੇ ਮਾੜੇ ਐਕਸਪੀਰੀਅੰਸ ਨੇ ਜਿਹੜੇ ਉਹ ਬਟ ਨੈਚੁਰਲ ਨੇ। ਮਾੜਿਆਂ ਦੇ ਵਿੱਚ ਵੀ ਜੇ ਮੈਂ ਕਹਾਂ, ਜਿਹੜੇ ਕੁਛ ਕੁ ਜਿਹੜੇ ਲਾਅ ਐਂਡ ਆਰਡਰ ਦੇ ਇਸ਼ੂਜ਼ ਹੋਏ, ਕੁਛ ਮਰਡਰਸ ਜਾਂ ਗੈਂਗਸਟਰਸ ਵਾਲੇ ਇਸ਼ੂ ਜਿਹੜੇ ਹੋਏ, ਪਰ ਉਹਦੇ 'ਚ ਮੈਂ ਇੱਕ ਚੀਜ਼ ਤੁਹਾਨੂੰ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ। ਮੈਂ ਕਿਸੇ ਦੇ ਉੱਪਰ ਕਿੰਤੂ ਪਰੰਤੂ ਨਹੀਂ ਕਰ ਰਿਹਾ, ਮੈਂ ਕਿਸੇ ਦੇ ਉੱਪਰ ਉਂਗਲ ਨਹੀਂ ਚੱਕ ਰਿਹਾ, ਪਰ ਮੈਂ ਉਹਨਾਂ ਐਕਸਪੀਰੀਅੰਸਿਸ ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਜਿੰਨੇ ਆਪਾਂ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਗੱਲ ਕਰ ਲਈਏ, ਆਪਾਂ ਜਿਹੜਾ ਪ੍ਰਦੀਪ ਪ੍ਰੇਮੀ ਦਾ ਕਤਲ ਹੋਇਆ, ਉਹਦੀ ਗੱਲ ਕਰ ਲਈਏ। ਇਹਨਾਂ ਦੇ ਵਿੱਚ ਜਿਹੜੇ ਮਰਡਰ ਸੀਗੇ, ਕਾਤਲ ਸੀਗੇ, ਉਹ ਕਿੱਥੋਂ ਆਏ? ਉਹ 80% ਹਰਿਆਣੇ ਤੋਂ ਆਏ। ਉਹ 18 ਸਾਲ ਤੋਂ 16, 15, 14 ਸਾਲ ਦੇ ਬੱਚਿਆਂ ਨੂੰ ਪਿਸਤੌਲਾਂ ਦੇ ਕੇ, ਜੇ ਤੁਸੀਂ ਦੂਜੀ ਸਟੇਟ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਆਉਣਗੇ ਅਤੇ ਮਰਡਰ ਕਰਕੇ ਨਿਕਲ ਜਾਣਗੇ, ਉਹਦਾ ਹੱਲ ਕੀ ਹੈ? ਮੇਰੇ ਕਹਿਣ ਦਾ ਮਤਲਬ ਇਹ ਹੈ, ਹੁਣ ਮੈਂ ਕੱਲ੍ਹ ਇੱਕ ਟ੍ਰਿਬਿਊਨ ਦੇ ਵਿੱਚ ਖਬਰ ਪੜ੍ਹ ਰਿਹਾ ਸੀਗਾ, BSF ਦੇ ਸੋਰਸਿਸ ਤੋਂ ਹੈ, ਕਿ ਜਿੰਨੀ ਪਿਛਲੇ ਸਾਲਾਂ ਦੇ ਵਿੱਚ ਕ੍ਰਾਸ ਦਾ ਬਾਰਡਰ ਇਨਫਿਲਟਰੇਸ਼ਨ ਇਸ ਵਾਰੀ ਪੰਜਾਬ ਦੇ ਵਿੱਚ ਹੋਈ ਹੈ। ਪਿਛਲੇ ਸਾਲ ਤੱਕ ਮੇਰੇ ਖਿਆਲ 'ਚ ਉਹ 61 ਕੁ ਇਨਫਿਲਟਰੇਸ਼ਨਾਂ ਸੀਗੀਆਂ ਅਕਰੋਸ ਦਾ ਬਾਰਡਰ, ਅਤੇ ਇਸ ਵਾਰੀ ਸ਼ਾਇਦ ਉਹ 250, ਇਸ ਸਾਲ ਦੇ 8 ਮਹੀਨਿਆਂ ਦੇ ਵਿੱਚ, 10 ਮਹੀਨਿਆਂ ਦੇ ਵਿੱਚ ਉਹ 250 ਦੇ ਕਰੀਬ ਨੇ। ਉਹ ਕਿਉਂ ਨੇ ਜੀ? ਉਹ JNK ਨਾਲੋਂ ਵੀ ਵੱਧ ਨੇ, ਉਹ ਰਾਜਸਥਾਨ ਅਤੇ ਗੁਜਰਾਤ ਨਾਲੋਂ ਵੀ ਵੱਧ ਨੇ। ਇੰਟਰਨੈਸ਼ਨਲ ਬਾਰਡਰ ਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗੌਰਮੈਂਟ ਦੀ ਹੈ। ਮੈਂ ਕਿਸੇ 'ਤੇ ਉਂਗਲ ਨਹੀਂ ਚੱਕ ਰਿਹਾ। ਸਾਡੀਆਂ ਸਿਕਿਉਰਿਟੀ ਫੋਰਸਿਸ ਨੇ ਜਿਹੜੀਆਂ, ਉਹ ਵਰਲਡ ਦੀਆਂ ਬੈਸਟ ਸਿਕਿਉਰਿਟੀ ਫੋਰਸਿਸ ਨੇ, ਉਹਨਾਂ ਦੀ ਪਰਫੋਰਮੈਂਸ ਹੈ ਜਿਹੜੀ ਉਹ ਪਾਰ ਐਕਸਲੈਂਸ ਹੈ। ਪਰ ਕਿਤੇ ਨਾ ਕਿਤੇ ਪੋਲੀਟੀਕਲ ਲੈਵਲ ਦੇ ਉੱਪਰ ਪੰਜਾਬ ਨੂੰ, ਪੰਜਾਬੀਆਂ ਨੂੰ, ਭਗਵੰਤ ਮਾਨ ਜੀ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹੈ ਜਿਹੜਾ ਉਹ ਲਾਅ ਐਂਡ ਆਰਡਰ ਦੇ ਜ਼ਰੀਏ ਚੱਲ ਰਿਹਾ ਹੈ। ਦੂਜਾ, ਜਿਹੜਾ ਤੁਸੀਂ ਮਾੜੇ ਐਕਸਪੀਰੀਅੰਸ ਦੀ ਗੱਲ ਕਰਦੇ ਹੋ, ਜੋ ਧਰਨਿਆਂ ਦਾ ਕਲਚਰ ਪਿਛਲੇ ਦਿਨਾਂ ਦੇ ਵਿੱਚ ਚੱਲ ਰਿਹਾ, ਮੈਂ ਇਹ ਮੰਨ ਕੇ ਚੱਲਦਾ ਕਿ ਧਰਨੇ ਡੈਮੋਕ੍ਰੇਸੀ ਦੇ ਵਿੱਚ ਲਾਉਣ ਦਾ ਹਰੇਕ ਕਿਸੇ ਦਾ ਹੱਕ ਹੁੰਦਾ। ਪਾਰਟੀ ਆਪ ਧਰਨਿਆਂ 'ਚ ਉੱਠੀ ਹੋਈ ਹੈ। ਮੈਂ ਕਦੋਂ ਕਹਿਣਾ, ਮੈਂ ਤਾਂ ਕਹਿੰਦਾ ਚੰਗੀ ਗੱਲ ਹੈ। ਧਰਨੇ ਉੱਥੇ ਲੱਗਦੇ ਹੁੰਦੇ ਨੇ, ਉੱਥੇ ਲਾਉਣੇ ਚਾਹੀਦੇ ਨੇ ਜਿੱਥੇ ਸਰਕਾਰਾਂ ਨਾ ਸੁਣਦੀਆਂ ਹੋਣ, ਜਿੱਥੇ ਅੱਧੇ ਬੋਲ ਦੇ ਉੱਪਰ ਮੁੱਖ ਮੰਤਰੀ ਖੁਦ ਆਪ ਮੀਟਿੰਗ ਬੁਲਾਉਣ ਅਤੇ ਮਸਲੇ ਮੁੱਦੇ ਉਹਨਾਂ ਹੱਲ ਕਰਨ, ਅਤੇ ਉੱਥੇ ਧਰਨਿਆਂ ਦੀ ਲੋੜ ਨਹੀਂ ਹੈਗੀ। ਹੁਣ ਇਹ ਜਿਹੜੇ ਅਨਨੈਸੈਸਰੀਲੀ ਕਈ ਥਾਵਾਂ ਦੇ ਉੱਪਰ ਜੇ ਧਰਨੇ ਲੱਗ ਰਹੇ ਨੇ, ਅਤੇ ਉਹਦੇ 'ਚ ਸਭ ਤੋਂ ਵੱਡਾ ਨੁਕਸਾਨ ਹੈ ਨਾ ਜੀ,
ਜੋ ਕਿਸ ਦਾ ਹੋ ਰਿਹਾ ਤਾਂ ਪੰਜਾਬ ਤੇ ਪੰਜਾਬੀਆਂ ਦਾ ਹੋ ਰਿਹਾ ਹੈ। ਇਹਦੇ ਨਾਲ ਇੱਕ ਜਿਹੜਾ ਚੰਗਾ ਸੁਹਿਰਦ ਮਾਹੌਲ ਹੈ ਜਿਹੜਾ ਉਹ ਖਰਾਬ ਹੋ ਰਿਹਾ ਹੈ। ਇਹਦੇ ਨਾਲ ਜਿਹੜੀ ਇਨਵੈਸਟਮੈਂਟ ਅਸੀਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਖਰਾਬ ਹੋ ਰਿਹਾ ਹੈ। ਆਖਰ ਨੂੰ ਕੱਲਮ ਕੱਲਾ ਖੇਤੀਬਾੜੀ ਦੇ ਉੱਪਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। 70% ਲੋਕਾਂ ਦੀ ਡਿਪੈਂਡੈਂਸ ਹੈ ਜਿਹੜੀ ਉਹ ਐਗਰੀਕਲਚਰ ਦੇ ਉੱਪਰ ਹੈ। ਐਗਰੀਕਲਚਰ ਜਿਹੜੀ ਕਿ ਟੋਟਲ 20% ਤੋਂ ਵੀ ਘੱਟ GSDP ਪੈਦਾ ਕਰਦੀ ਹੈ। ਜਦੋਂ ਤੱਕ ਆਪਾਂ ਅੱਗੇ ਨਹੀਂ ਵਧਾਂਗੇ, ਜਦੋਂ ਤੱਕ ਇੰਡਸਟਰੀਲਾਈਜੇਸ਼ਨ ਨਹੀਂ ਹੋਊਗੀ, ਜਦੋਂ ਤੱਕ ਮਾਡਰਨਾਈਜੇਸ਼ਨ ਨਹੀਂ ਹੋਊਗੀ, ਆਪਾਂ ਉਦੋਂ ਤੱਕ ਅੱਗੇ ਪੰਜਾਬ ਨਹੀਂ ਵੱਧ ਸਕਦਾ। ਇਹ ਲੈਂਡਲੌਕਡ ਸਟੇਟ ਹੈ, ਜ਼ਮੀਨਾਂ ਮਹਿੰਗੀਆਂ ਨੇ, ਪੋਰਟ ਬੰਦਰਗਾਹ ਸਾਡੇ ਕੋਲ ਹੈ ਕੋਈ ਨਹੀਂਗਾ। ਨੈਚੁਰਲ ਰਿਸੋਰਸਿਸ ਦੇ ਨਾਂ ਦੇ ਉੱਪਰ ਨਾ ਸਾਡੇ ਕੋਲ ਕੋਲ ਹੈ, ਨਾ ਸਾਡੇ ਕੋਲ ਬਾਕੀ ਨੈਚੁਰਲ ਰਿਸੋਰਸਿਸ ਨੇ, ਮਿਨਰਲਸ ਨੇ। ਰਹਿ ਖਹਿ ਕੇ ਕੁਛ ਕੁ ਰਿਸੋਰਸਿਸ ਹੈਗੇ ਜਿਨ੍ਹਾਂ ਨੂੰ ਸਾਨੂੰ ਐਕਸਪਲੋਇਟ ਕਰਨਾ ਪਊਗਾ, ਜਿਨ੍ਹਾਂ ਦੇ ਉੱਪਰ ਸਾਨੂੰ ਰਲ ਮਿਲ ਕੇ ਐਜ਼ ਅ ਸਟੇਟ ਸਾਨੂੰ ਕੰਮ ਕਰਨਾ ਪਊਗਾ। ਜੇ ਆਪਾਂ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਕਿਤੇ ਇਨਵੈਸਟ ਪੰਜਾਬ ਜਾਂ ਪ੍ਰੋਗਰੈਸਿਵ ਪੰਜਾਬ ਸਮਿਟ ਹੁੰਦੀ ਸੀਗੀ ਤੇ ਸਭ ਤੋਂ ਵੱਡਾ ਪੰਜਾਬ ਦੀ ਜਿਹੜੀ ਸਟਰੈਂਥ ਹੁੰਦੀ ਸੀ ਉਹ ਹੁੰਦੀ ਸੀ ਵੀ ਕੋਈ ਧਰਨੇ ਮੁਜ਼ਾਹਰੇ ਪੰਜਾਬ 'ਚ ਨਹੀਂ ਲੱਗਦੇ ਹੈਗੇ। ਅੱਜ ਭਾਈ ਸਾਹਿਬ ਪੰਜਾਬ ਧਰਨੇ ਮੁਜ਼ਾਹਰਿਆਂ ਦੀ ਕੈਪੀਟਲ ਬਣ ਚੁੱਕਿਆ। ਕਿਵੇਂ ਕੰਮ ਚੱਲੂਗਾ? ਅਸੀਂ ਇੰਡਸਟਰੀਆਂ ਜਾਣ ਕੇ ਵੀ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਤੁਹਾਡੀ ਸਰਕਾਰ ਕੀ ਉਹ ਗਵਰਨੈਂਸ ਨਾ ਦੇ ਪਾਵੇ? ਲੱਗਦਾ ਕਿ ਇਹਦੇ ਪਿੱਛੇ ਤਾਕਤਾਂ ਕੁਝ ਹੋਰ ਨੇ? ਨਹੀਂ, ਤਾਕਤਾਂ ਤਾਂ ਡੈਫੀਨੇਟਲੀ ਕਿਤੇ ਨਾ ਕਿਤੇ ਪੋਲੀਟੀਕਲ ਇੰਟਰਸਟ ਨੇ ਜੀ, ਆਪਦੇ ਨਿੱਜੀ ਹਿੱਤ ਨੇ। ਨਹੀਂ ਹੁਣ ਦੱਸੋ ਮੈਨੂੰ ਤੁਸੀਂ, ਜੇ ਆਪਾਂ ਸਪੋਜ਼ ਜਿਹੜੇ ਮੁਲਾਜ਼ਮਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਕੱਚਿਆਂ ਤੋਂ ਪੱਕੇ ਮੁਲਾਜ਼ਮ ਕਰਨ ਵਾਲੇ ਵੀਰਾਂ ਦੀ ਗੱਲ ਕਰ ਲਈਏ, 8 ਮਹੀਨਿਆਂ ਦੇ ਜਿਹੜੀ ਸਰਕਾਰਾਂ ਪੌਣੇ 5 ਸਾਲ ਬਾਅਦ ਕੰਮ ਕਰਨਾ ਸ਼ੁਰੂ ਕਰਦੀਆਂ ਸੀਗੀਆਂ, ਅਸੀਂ ਪਹਿਲੇ ਦਿਨ ਕਰਤਾ ਤੇ 8 ਮਹੀਨਿਆਂ ਦੇ ਵਿੱਚ 30,000 ਨਵੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਜਾਂ ਤਾਂ ਨਵੇਂ ਨੂੰ ਨੌਕਰੀ ਦਿੱਤੀ ਜਾਂ ਉਹਨੂੰ ਰੈਗੂਲਰਾਈਜ਼ ਕਰਤਾ। ਜੇ ਆਪਾਂ ਕਿਸਾਨ ਭਰਾਵਾਂ ਦੀ ਗੱਲ ਕਰ ਲਈਏ ਤੇ 2007 ਦੇ ਵਿੱਚ ਕੈਪਟਨ ਸਾਹਿਬ ਹੋਣੀ ਇਸੇ ਗੱਲ ਤੇ ਚੋਣ ਲੜ ਜਾਂਦੇ ਸੀਗੇ ਕਿ ਅਸੀਂ 8 ਘੰਟੇ ਬਿਜਲੀ ਦਿੱਤੀ ਤੇ ਅਸੀਂ ਫਸਲਾਂ ਚੱਕੀਆਂ। ਇੱਥੇ 8 ਦੀ ਬਜਾਏ 16 18 24 ਘੰਟੇ ਤੱਕ ਬਿਜਲੀ ਹੈ ਜਿਹੜੀ ਉਹ ਝੋਨੇ 'ਚ ਦੇ ਦਿੱਤੀ ਅਸੀਂ। ਫਸਲਾਂ ਨੇ ਜਿਹੜੀਆਂ ਉਹ ਫਸਲ ਆਉਂਦੀ ਮਗਰ ਅਸੀਂ ਚੱਕੀ ਪਹਿਲਾਂ ਜਾਂਦੀ ਸੀਗੀ, ਪੇਮੈਂਟ ਅਗਲੇ ਦਿਨ ਪੈ ਜਾਂਦੀ ਸੀਗੀ। ਜਿਹੜੀ ਗੰਨਾ ਸਭ ਤੋਂ ਘੱਟ ਪ੍ਰਾਈਸ ਸੀਗੀ ਪੰਜਾਬ ਦੇ ਵਿੱਚ, ਉਹ ਅੱਜ ਦੀ ਡੇਟ 'ਚ ਸਾਰਿਆਂ ਨਾਲੋਂ ਵੱਧ ਹੈ। ਕ੍ਰੌਪ ਡਾਇਵਰਸੀਫਿਕੇਸ਼ਨ ਪ੍ਰਮੋਟ ਕਰਨ ਦੇ ਲਈ, ਪਾਣੀ ਬਚਾਉਣ ਦੇ ਲਈ 1500 ਜਿਹੜਾ ਹੈਗਾ ਪਰ ਏਕੜ ਉਹ ਅਸੀਂ ਦੇਣਾ ਸ਼ੁਰੂ ਕਰਤਾ। ਮੂੰਗੀ ਤੇ MSP ਸ਼ੁਰੂ ਕਰਤੀ। ਹੋਰ ਦੱਸੋ ਕੀ ਕੁਛ ਹੁੰਦਾ ਵੀ 8 ਮਹੀਨਿਆਂ ਦੇ ਵਿੱਚ ਤੁਸੀਂ ਜਿਵੇਂ ਆਪਾਂ ਮਜ਼ਾਕ 'ਚ ਕਹਿੰਦੇ ਕਿ ਬੱਚੇ ਕੀ ਜਾਨ ਲਓਗੇ ਕਿਆ। ਹੁਣ ਹੋਰ ਦੱਸੋ ਸਰਕਾਰ, ਉਹ ਸਰਕਾਰ ਜਿਹੜੀ 3 ਲੱਖ ਕਰੋੜ ਦੀ ਕਰਜ਼ਈ ਹੋਵੇ ਤੇ ਫਿਰ ਇੰਨਾ ਕੁਛ ਕਰ ਰਹੀ ਹੋਵੇ ਤੇ ਫਿਰ ਵੀ ਧਰਨੇ ਆਪਾਂ ਲਾਈਏ ਤੇ ਫਿਰ ਤਾਂ ਕੋਈ ਲੌਜਿਕ ਨਹੀਂ ਬਣਦਾ ਨਾ ਜੀ। ਐਂ ਤਾਂ ਕੰਮ ਹੀ ਨਹੀਂ ਚੱਲਣਾ ਹੈਗਾ। ਇਹਦੇ ਨਾਲ ਤਾਂ ਨੁਕਸਾਨ ਪੰਜਾਬ ਔਰ ਪੰਜਾਬੀ ਆ ਮੇਰੇ ਧਰਨੇ ਵਾਲੇ ਵੀਰ ਨੇ ਜਿਹੜੇ, ਉਹ ਸਭ ਤੋਂ ਵੱਡਾ ਨੁਕਸਾਨ ਪੰਜਾਬ ਤੇ ਪੰਜਾਬੀਆਂ ਦਾ ਕਰ ਰਹੇ ਨੇ। ਤੁਸੀਂ ਕਰਜ਼ੇ ਦੀ ਗੱਲ ਕੀਤੀ ਔਰ ਮੈਂ ਪਿਛਲੇ ਜੇਕਰ 5 ਸਾਲਾਂ ਦੀ ਗੱਲ ਕਰਾਂ, ਬੜਾ ਮਾਈਨਿਊਟਲੀ ਤੁਹਾਨੂੰ ਵੀ ਕਵਰ ਕੀਤਾ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਸੀਗੇ। ਇੱਕ ਹੁਣ ਜਿੱਥੇ ਤੁਸੀਂ ਬੈਠੇ ਹੋਏ ਹੋ ਵਿਧਾਨ ਸਭਾ ਦੇ ਵਿੱਚ ਸੱਤਾ ਦੇ ਵਿੱਚ, ਔਰ ਇੱਕ ਸਾਹਮਣੇ ਵਾਲਾ ਜਦੋਂ ਆਪੋਜੀਸ਼ਨ ਵਾਲੀਆਂ ਕੁਰਸੀਆਂ ਹੁੰਦੀਆਂ, ਫਰਕ ਕੀ ਦੋਵਾਂ ਦੇ ਵਿੱਚ ਲੱਗਿਆ ਤੁਹਾਨੂੰ? ਕਿ ਵਾਕਈ ਲੱਗਦਾ ਹੈ ਕਿ ਇੱਧਰਲੇ ਪਾਸੇ ਆ ਕੇ ਕੰਡਿਆਂ ਦਾ ਤਾਜ ਹੈਗਾ ਸਿਰ ਦੇ ਉੱਤੇ ਔਰ ਜ਼ਿੰਮੇਵਾਰੀਆਂ ਭਾਰੀ ਪੈ ਜਾਂਦੀਆਂ ਨੇ, ਜਾਂ ਉੱਧਰਲੇ ਪਾਸੇ ਜਦੋਂ ਦੇਖਦੇ ਹੋ ਤਾਂ ਕਹਿੰਦੇ ਲੱਗਦਾ ਕਿ ਇੱਦਾਂ ਕਿ ਇੱਧਰ ਤਾਂ ਬਹੁਤ ਸੁਖਾਵਾਂ ਕੰਮ ਹੈ, ਜੇ ਸਾਡੇ ਹੱਥ ਦੇ ਵਿੱਚ ਆਵੇਗਾ ਤਾਂ ਅਸੀਂ ਆਰਾਮ ਨਾਲ ਕਰ ਦਾਂਗੇ? ਨਹੀਂ ਦੇਖੋ, ਨਾ ਸੁਖਾਵੇਂ ਦੀ ਜਾਂ ਨਾ ਔਖੇ ਦਾ ਸਵਾਲ ਹੈ, ਨਾ ਕੋਈ ਇਹ ਹੈ ਕਿ ਅਸੀਂ ਕਰ ਲਾਂਗੇ ਜਾਂ ਅਸੀਂ ਨਾ ਕਰ ਲਾਂਗੇ, ਇਹੋ ਜਿਹੀ ਗੱਲ ਨਹੀਂ ਹੁੰਦੀ ਹੈਗੀ। ਆਪੋਜੀਸ਼ਨ ਦੇ ਵਿੱਚ ਵੀ ਤੁਹਾਨੂੰ ਪਤਾ ਹੁੰਦਾ ਕਿ ਗਵਰਨੈਂਸ ਕੀ ਚੀਜ਼ ਹੈ। ਗਵਰਨੈਂਸ ਦੇ ਜਦੋਂ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਹੈ, ਉਹਨੂੰ ਨਿਭਾਉਣ ਦੀਆਂ ਜ਼ਿੰਮੇਵਾਰੀਆਂ ਲੋਕਾਂ ਨੇ ਸੌਂਪੀਆਂ ਨੇ। ਜਿੱਥੇ ਕੰਡਿਆਂ ਦਾ ਤਾਜ ਹੁੰਦਾ ਨੇ, ਜਿੰਨੇ ਵੱਡੇ ਚੈਲੰਜਸ ਹੁੰਦੇ ਨੇ, ਓਪਰਚੁਨਿਟੀਜ਼ ਵੀ ਉਨੀਆਂ ਵੱਡੀਆਂ ਹੁੰਦੀਆਂ ਨੇ। ਸਵਾਲ ਇਹ ਹੈ ਕਿ ਤੁਸੀਂ ਚਾਹੇ ਆਪੋਜੀਸ਼ਨ ਦੇ ਵਿੱਚ ਬੈਠੇ ਹੋ, ਚਾਹੇ ਤੁਸੀਂ ਸਰਕਾਰ ਵਾਲੇ ਪਾਸੇ ਬੈਠੇ ਹੋ, ਕਿ ਤੁਸੀਂ ਆਪਦਾ ਕੰਮ ਫਰਜ਼ ਹੈ ਜਿਹੜਾ ਉਹ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਰਹੇ ਹੋ। ਜੇ ਅਸੀਂ ਉੱਧਰ 5 ਸਾਲ ਪੂਰੀ ਇਮਾਨਦਾਰੀ ਦੇ ਨਾਲ ਆਪਦਾ ਆਪੋਜੀਸ਼ਨ ਦਾ ਰੋਲ ਅਦਾ ਕੀਤਾ ਤੇ ਸਾਨੂੰ ਲੋਕਾਂ ਨੇ ਇੱਧਰ ਬਿਠਾਤਾ। ਹੁਣ ਇੱਧਰ ਜੇ 5 ਸਾਲ ਅਸੀਂ ਪੂਰੀ ਇਮਾਨਦਾਰੀ ਨਾਲ ਨਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਤੇ ਲੋਕ ਸਾਨੂੰ ਉੱਧਰ ਬਿਠਾ ਦੇਣਗੇ, ਹੋ ਸਕਦਾ ਵਿਧਾਨ ਸਭਾ ਤੋਂ ਬਾਹਰ ਕੱਢ ਦੇਣ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 100% ਤਾਂ ਭਾਈ ਸਾਹਿਬ ਜੇ ਆਪਾਂ ਕਹੀਏ ਨਾ ਵੀ ਆਪਾਂ ਆਪਦੇ ਘਰ ਦੇ ਕੰਮ ਕਰ ਲਾਂਗੇ 4 ਜੀਆਂ ਵਾਲੇ, 100% ਤਾਂ ਤੁਸੀਂ ਜਾਂ ਮੈਂ ਗਗਨ ਜੀ ਆਪਾਂ ਉਹ ਵੀ ਨਹੀਂ ਕਰ ਸਕਦੇ ਹੈਗੇ। 3.25 ਕਰੋੜ ਲੋਕਾਂ ਦੇ ਕੰਮ ਕਰਨਾ ਸੌਖੀ ਖੇਡ ਨਹੀਂ ਹੁੰਦੀ ਹੈਗੀ। ਪਰ ਇਨ ਜਰਨਲ ਜੋ ਸਰਕਾਰ ਦਾ ਕੰਮ ਹੁੰਦਾ ਹੈ,
ਕਿ ਇੱਕ ਬੇਸਿਕ ਵਧੀਆ ਐਟਮੋਸਫੀਅਰ ਹਰੇਕ ਪੱਖੋਂ ਸਟੇਟ ਦੇ ਵਿੱਚ ਕ੍ਰੀਏਟ ਕਰਨਾ, ਚਾਹੇ ਉਹ ਫਾਈਨੈਂਸ਼ੀਅਲ ਹੈ, ਚਾਹੇ ਉਹ ਸੋਸ਼ਲ ਹੈ, ਚਾਹੇ ਉਹ ਰਿਲੀਜੀਅਸ ਹੈ, ਚਾਹੇ ਉਹ ਆਪਸੀ ਭਾਈਚਾਰਕ ਸਾਂਝ ਦੇ ਪੱਖੋਂ ਹੈ, ਹਰੇਕ ਪੱਖੋਂ ਇੱਕ ਮਾਹੌਲ ਦੇਣ ਦਾ ਕੰਮ ਜਿਹੜਾ ਉਹ ਸਰਕਾਰ ਦਾ ਹੋਣਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਐਕਚੁਅਲੀ ਕੀ ਹਾਲ ਇਸ ਵੇਲੇ ਤੁਹਾਨੂੰ ਨਜ਼ਰ ਆਉਂਦੇ, ਕਿਉਂਕਿ ਬਹੁਤ ਸਾਰੇ ਤੁਹਾਡੇ ਕੋਲ ਮਾਡਲ ਹੁੰਦੇ ਸੀਗੇ ਉਦੋਂ ਆਪੋਜੀਸ਼ਨ ਦੇ ਵਿੱਚ, ਤੁਸੀਂ ਰੈਵਨਿਊ ਵਧਾਉਣ ਦੀ ਗੱਲ ਕਰ ਦਿੰਦੇ ਸੀ, ਲੀਕਰ ਪਾਲਿਸੀ ਦੇ ਵਿੱਚੋਂ ਗੱਲ ਕਰ ਲੈਂਦੇ ਸੀ, ਤੁਸੀਂ ਮਾਈਨਿੰਗ ਦੇ ਵਿੱਚੋਂ ਗੱਲ ਕਰ ਲੈਂਦੇ ਸੀਗੇ, ਬਿਜਲੀ ਦੀ ਗੱਲ ਕਰ ਲੈਂਦੇ ਸੀਗੇ। ਜਿਹੜੇ ਤੁਸੀਂ ਮੇਰੇ ਮਾਡਲਸ ਦੀ ਗੱਲ ਕਰਦੇ ਹੋ, ਜੇ ਮੈਂ ਐਕਸਾਈਜ਼ ਪਾਲਿਸੀ ਦੀ ਗੱਲ ਉਦੋਂ ਕਰਦਾ ਸੀਗਾ ਤੇ ਉਹਦੇ 'ਚ ਗਲਤ ਕੀ ਸੀਗਾ? ਅੱਜ ਉਹੀ ਐਕਸਾਈਜ਼ ਪਾਲਿਸੀ ਜਿਹੜੀ ਪਿਛਲੇ ਸਾਲ ਇਹਨਾਂ ਨੇ ਜ਼ੋਰ ਮਾਰ ਕੇ 6200 ਕਰੋੜ ਤੇ ਭਜਾਈ ਸੀਗੀ, ਅੱਜ ਉਹ 9700 ਕਰੋੜ ਦੇ ਕਰੀਬ ਟਾਰਗੇਟ ਹੈ ਜਿਹੜਾ ਉਹ ਪਹਿਲੇ 9 ਮਹੀਨਿਆਂ ਦੇ ਵਿੱਚ ਸਰਕਾਰ ਨੇ ਫਿਕਸ ਕਰ ਰੱਖਿਆ ਤੇ ਆਪਣਾ ਸਰਕਾਰ ਉਹਨੂੰ ਅਚੀਵ ਵੀ ਕਰਨ ਜਾ ਰਹੀ ਹੈ। ਜੇ ਅਸੀਂ ਮਾਈਨਿੰਗ ਦੀ ਗੱਲ ਕਰਦੇ ਸੀਗੇ, ਮਾਈਨਿੰਗ ਦੇ ਵਿੱਚ ਨਵੀਂ ਪਾਲਿਸੀ ਹੈ ਜਿਹੜੀ ਉਹ ਸਰਕਾਰ ਇਨ ਪਲੇਸ ਕਰ ਚੁੱਕੀ ਹੈ। ਉਹਦੇ 'ਚ ਅੱਜ ਤਕਲੀਫ ਜ਼ਰੂਰ ਬੇਸ਼ੱਕ ਥੋੜ੍ਹੀ ਬਹੁਤ ਹੋ ਰਹੀ ਹੋਵੇ ਕਿਉਂਕਿ ਰੇਟ ਵਧੇ ਹੋਏ ਨੇ, ਪਰ ਜਦੋਂ ਤੁਸੀਂ ਇੱਕ ਪੁਰਾਣੇ ਸਿਸਟਮ ਨੂੰ ਖ਼ਤਮ ਕਰ ਰਹੇ ਹੋ, ਨਵਾਂ ਸਿਸਟਮ ਲੈ ਕੇ ਆ ਰਹੇ ਹੋ, ਤੇ ਉਹ ਜਿਹੜਾ ਟ੍ਰਾਂਜੀਸ਼ਨਲ ਫੇਜ਼ ਦਾ ਟਾਈਮ ਹੁੰਦਾ ਹੈ ਉਹਦੇ 'ਚ ਦਿੱਕਤ ਤਾਂ ਥੋੜ੍ਹੀ ਬਹੁਤ ਆਉਂਦੀ ਹੈ, ਪਰ ਉਹਦੇ 'ਚ ਵੀ ਤੁਸੀਂ ਆਉਣ ਵਾਲੇ ਸਮਾਂ 'ਚ ਦੇਖੋਗੇ ਕਿ ਉਹਦੇ ਵਿੱਚ ਵੀ ਐਡਵਾਂਟੇਜ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਊਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਸਰਕਾਰ ਕੰਮ ਕਰ ਰਹੀ ਆ। ਅਮੀ, ਤੁਹਾਡੇ ਵਿਭਾਗ ਦੀ ਗੱਲ ਕਰੀਏ, ਅਰਬਨ ਡਿਵੈਲਪਮੈਂਟ ਤੁਹਾਡੇ ਕੋਲ ਡਿਪਾਰਟਮੈਂਟ ਹੈਗਾ, ਕੀ ਕੁਛ ਲੱਗਦਾ ਅਗਲੇ 4 ਸਾਲਾਂ ਦੇ ਵਿੱਚ ਅਰਬਨ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਰੂਪਰੇਖਾ ਬਦਲਣ ਦੇ ਵਿੱਚ ਤੁਸੀਂ ਚੀਜ਼ਾਂ ਨੂੰ ਮਹਿਸੂਸ ਕਰ ਰਹੇ ਹੋ, ਔਰ ਕੀ ਕੁਛ ਦਿੱਖ ਸਾਨੂੰ ਪੰਜਾਬ ਦੀ ਬਦਲਦੀ ਨਜ਼ਰ ਆਊ? ਦੇਖੋ, ਇਸ ਤਰ੍ਹਾਂ ਕਿ 4-5 ਚੀਜ਼ਾਂ ਨੇ ਪਰ ਜਿਨ੍ਹਾਂ ਉੱਪਰ ਅਸੀਂ ਫੋਕਸ ਕਰ ਰਹੇ ਹਾਂ। ਨੰਬਰ 1, ਪੰਜਾਬ ਦਾ ਹਜੇ ਤੱਕ 75 ਸਾਲਾਂ ਦੇ ਵਿੱਚ ਹਜੇ ਤੱਕ ਮਾਸਟਰ ਪਲਾਨ ਨੇ ਜਿਹੜੇ ਉਹ 50% ਸ਼ਹਿਰਾਂ ਦੇ ਬਣੇ ਸੀਗੇ। ਅਸੀਂ ਇਹਨਾਂ 5 ਸਾਲਾਂ ਦੇ ਵਿੱਚ 5 ਸਾਲਾਂ ਕੀ ਇਹ ਕੰਮ ਤਾਂ ਅਸੀਂ 1.5 ਸਾਲ ਦੇ ਵਿੱਚ ਹੀ ਪੂਰਾ ਕਰ ਦਾਂਗੇ। ਮਾਸਟਰ ਪਲਾਨ ਨੇ ਜਿਹੜੇ ਵੀ ਕਿੱਥੇ ਇੰਡਸਟਰੀ ਹੋਊਗੀ, ਕਿੱਥੇ ਰੈਜ਼ੀਡੈਂਸ਼ੀਅਲ ਹੋਊਗਾ, ਕਿੱਥੇ ਕਮਰਸ਼ੀਅਲ ਹੋਊਗਾ, ਇਹ ਸਾਰਾ ਪਲਾਨ ਹੈ ਜਿਹੜਾ ਅਸੀਂ 1.5 ਸਾਲ 2 ਸਾਲ ਦੇ ਵਿੱਚ ਅਸੀਂ ਕੰਪਲੀਟ ਕਰ ਦਾਂਗੇ। ਨੰਬਰ 1, ਇਹਨਾਂ 5-7 ਮਹੀਨਿਆਂ ਦੇ ਵਿੱਚ 15 ਨਵੀਆਂ ਪੁੱਡਾ ਦੀਆਂ ਕਲੋਨੀਆਂ ਨੇ ਜਿਹੜੀਆਂ ਉਹ 15 ਸ਼ਹਿਰਾਂ ਦੇ ਵਿੱਚ ਕੱਟੀਆਂ ਜਾਣੀਆਂ ਉਹ ਸ਼ੁਰੂ ਹੋ ਚੁੱਕੀਆਂ। ਵੱਡੀਆਂ ਟਾਊਨਸ਼ਿਪਸ ਨੇ ਜਿਹੜੀਆਂ ਅਸੀਂ ਵੱਡੇ ਸ਼ਹਿਰਾਂ ਜਿਵੇਂ ਲੁਧਿਆਣੇ 1750 ਏਕੜ ਦੀ ਲੈ ਕੇ ਆ ਰਹੇ ਹਾਂ, ਉਹ ਅਸੀਂ ਪਲਾਨ ਕਰ ਰਹੇ ਹਾਂ। ਲੋਕਾਂ ਨੂੰ ਇਲੀਗਲ ਕਲੋਨੀ ਵਾਲੇ ਪਾਸੇ ਨਾ ਜਾਣਾ ਪਵੇ, ਅਫੋਰਡੇਬਲ ਹਾਊਸਿੰਗ ਦੀ ਪਾਲਿਸੀ ਹੈ ਜਿਹੜੀ ਸਾਡੀ ਉਹ ਤਿਆਰ ਹੋ ਚੁੱਕੀ ਹੈ। ਜਿਹੜੀ ਕਨੈਕਟੀਵਿਟੀ ਵਾਸਤੇ ਉਹ ਮੈਂ ਤੁਹਾਨੂੰ ਮੈਂ ਦੱਸ ਹੀ ਦਿੱਤਾ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਦੇਖੋ ਜਦੋਂ ਆਪਾਂ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਜੀ, ਉਦੋਂ ਸਸਟੇਨੇਬਲ ਸਿਟੀਜ਼ ਦਾ ਕੰਸੈਪਟ ਹੈ ਜਿਹੜਾ ਅੱਜ ਦੀ ਡੇਟ ਦੇ ਵਿੱਚ ਉਹ ਵਰਲਡ ਓਵਰ ਚੱਲ ਰਿਹਾ ਹੈ। ਉਹ ਕੰਸੈਪਟ ਵੀ ਜਿਹੜਾ ਆਪਣੇ ਆਪ ਸੈਲਫ ਰਿਲਾਇੰਟ ਹੋਵੇ, A ਤੋਂ Z ਤੱਕ ਉਹ ਸਾਰਾ ਕੁਛ ਸੈਲਫ ਡਿਪੈਂਡੈਂਟ ਸਿਟੀ ਹੋਵੇ, ਉਹੋ ਜਿਹੀਆਂ ਟਾਊਨਸ਼ਿਪਸ ਨੇ ਜਿਹੜੀਆਂ ਅਸੀਂ ਪਲਾਨ ਕਰ ਰਹੇ ਹਾਂ। ਮੋਦੀ ਸਮਾਰਟ ਸਿਟੀ ਕਹਿੰਦੇ ਸੀ, ਤੁਸੀਂ ਉਸ ਤੋਂ ਵੀ ਉੱਪਰ ਥੋੜੀ ਗੱਲ ਕਹਿਤੀ ਕਿ ਸਸਟੇਨੇਬਲ ਸਿਟੀਜ਼ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ। ਸਸਟੇਨੇਬਲ ਸਮਾਰਟ ਤਾਂ ਤੁਸੀਂ ਮੂੰਹ ਮੱਥਾ ਸਾਫ਼ ਕਰ ਲਓਗੇ, ਜਿਹੜੀਆਂ ਗੰਦੀਆਂ ਕੰਧਾਂ ਪਈਆਂ ਨੇ ਰੰਗ ਰੋਗਨ ਕਰ ਦੋਗੇ, ਹੋਰ 4 ਚੀਜ਼ਾਂ ਕਰ ਲਓਗੇ, ਪਰ ਅਲਟੀਮੇਟਲੀ ਤਾਂ ਸਸਟੇਨੇਬਲ ਤਾਂ ਸਿਟੀਜ਼ ਤਾਂ ਸਾਨੂੰ ਡਿਵੈਲਪ ਕਰਨੀਆਂ ਪੈਣਗੀਆਂ। ਸਸਟੇਨੇਬਲ ਮੀਨਸ ਵੀ ਜਿੱਥੇ ਇੱਕ ਪਾਸੇ ਇਕਨੋਮਿਕ ਐਕਟੀਵਿਟੀ ਉਸ ਸ਼ਹਿਰ ਦੇ ਵਿੱਚ ਪੂਰੀ ਹੋਵੇ, ਇੰਡਸਟਰੀ ਹੋਵੇ, ਪਰ ਨਾਲ ਗ੍ਰੀਨ ਬੈਲਟਾਂ ਤੇ ਐਨਵਾਇਰਨਮੈਂਟ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੋਵੇ। ਉਹ ਸ਼ਹਿਰ ਇਹੋ ਜਿਹਾ ਹੋਵੇ ਵੀ ਜਿਹੜਾ ਚਾਹੇ ਪਾਣੀ ਦੇ ਰਿਸੋਰਸਿਸ ਤੋਂ ਤੇ ਚਾਹੇ ਬਿਜਲੀ ਦੇ ਰਿਸੋਰਸਿਸ ਉਹ ਖੁਦ ਆਪਦੇ ਆਪ ਪੈਦਾ ਕਰਦਾ ਹੋਵੇ, ਉਹ ਕਿਸੇ ਦੇ ਉੱਪਰ ਡਿਪੈਂਡੈਂਟ ਨਾ ਹੋਵੇ। ਉੱਥੇ ਜੀਓ ਪੋਲੀਟੀਕਲ ਸੋਸ਼ਲ ਐਟਮੋਸਫੀਅਰ ਤਾਣਾ ਬਾਣਾ ਇਹੋ ਜਿਹਾ ਹੋਵੇ, ਆਪਸ ਦੇ ਵਿੱਚ ਇਹੋ ਜਿਹਾ ਵੈਲ ਬੈਲੈਂਸਡ ਹੋਵੇ ਕਿ ਜਿਹੜਾ ਸੈਲਫ ਡਿਪੈਂਡੈਂਟ ਹੋਵੇ। ਸੋ ਇਹ ਚੀਜ਼ਾਂ ਨੇ ਦੁਨੀਆ ਭਰ ਦੇ, ਤੁਸੀਂ ਜੋ ਦੁਨੀਆ ਦੇਖਦੇ ਹੋ ਨਾ ਜੀ, ਬਹੁਤ ਕੁਛ ਹੈ ਸਿੱਖਣ ਨੂੰ, ਬਹੁਤ ਕੁਛ ਹੈ ਸਿੱਖਣ ਨੂੰ। ਹੁਣ ਉਹ ਤੁਸੀਂ ਕਿੰਨਾ ਸਿੱਖਦੇ ਹੋ ਤੇ ਕਿੰਨਾ ਇੰਪਲੀਮੈਂਟ ਕਰ ਪਾਉਂਦੇ ਹੋ, ਜਾਂ ਕਿੰਨਾ ਲੋਕਾਂ ਦਾ ਸਾਥ ਸਹਿਯੋਗ ਮਿਲਦਾ ਹੈ, ਉਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਹੈ, ਪਰ ਬਹੁਤ ਕੁਛ ਹੈ ਜਿਹੜਾ ਵਿਚ ਨੀਡਸ ਟੂ ਬੀ ਡਨ। ਅਮਨ ਜੀ, ਕਨੈਕਟੀਵਿਟੀ ਦਾ ਤੁਸੀਂ ਜ਼ਿਕਰ ਕੀਤਾ, ਤਾਂ ਕੀ ਕਨੈਕਟੀਵਿਟੀ ਨੂੰ ਲੈ ਕੇ ਵੀ ਕੋਈ ਵੱਡੇ ਪ੍ਰੋਜੈਕਟ ਆ ਰਹੇ ਨੇ? ਕਿਉਂਕਿ ਬਾਹਰਲੀ ਅਸੀਂ ਮੈਟਰੋ ਸਿਟੀਜ਼ ਦੀ ਗੱਲ ਕਰਦੇ ਹਾਂ ਤਾਂ ਕਨੈਕਟੀਵਿਟੀ ਮੈਟਰੋ ਦੇ ਰਾਹੀਂ ਬਹੁਤ ਜ਼ਿਆਦਾ ਆਸਾਨ ਹੋ ਚੁੱਕੀ ਹੈ। ਉੱਥੇ ਪੰਜਾਬ ਦੇ ਵੀ ਕਈ ਸ਼ਹਿਰ ਅਜਿਹੇ ਨੇ ਜਿੱਥੇ ਬਹੁਤ ਟ੍ਰੈਫਿਕ ਹੈ, ਬਹੁਤ ਕੰਜੈਸ਼ਨ ਹੈ, ਤਾਂ ਕੀ ਇਹਨਾਂ ਦੇ ਵਿੱਚ ਵੀ ਇਹੋ ਜਿਹੇ ਪ੍ਰੋਜੈਕਟਸ ਲੈ ਕੇ ਆਉਣ ਦੇ ਬਾਰੇ ਵਿਚਾਰ ਚੱਲ ਰਿਹਾ? ਦੇਖੋ, ਇਹਦੇ ਉੱਪਰ ਵੀ ਵੱਡੇ ਪੱਧਰ ਦੇ ਉੱਪਰ CM ਸਾਹਿਬ ਆਪ ਬੜੇ ਫਿਕਰਮੰਦ ਨੇ ਔਰ ਉਹਨਾਂ ਦੀ ਸੋਚ ਹੈ, ਔਰ ਅਸੀਂ ਇਹਦੇ ਉੱਪਰ ਹੁਣੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਕੰਮ ਵੀ ਸ਼ੁਰੂ ਕੀਤਾ ਕਿ 3 ਸ਼ਹਿਰਾਂ ਦੇ ਵਿੱਚ ਇਹ ਜਿਹੇ ਬੜੇ ਪ੍ਰੀਲਿਮਿਨਰੀ, ਬੜੀ ਸ਼ੁਰੂਆਤੀ ਸਟੇਜ ਦੇ ਉੱਪਰ ਹੈ ਕਿ 3 ਸ਼ਹਿਰ ਮੋਹਾਲੀ, ਲੁਧਿਆਣਾ ਤੇ ਅੰਮ੍ਰਿਤਸਰ, ਅਸੀਂ ਇਹਦੇ ਵਿੱਚ
ਮੈਟਰੋ ਦਾ ਫੀਜ਼ੀਬਿਲਿਟੀ ਸਰਟੀਫਿਕੇਟ ਹੈ ਜਿਹੜੀ ਉਹ ਕਰਵਾਉਣ ਲੱਗਿਆ। ਸੀਐਮ ਸਾਹਿਬ ਦੀ ਇੱਛਾ ਹੈ ਕਿ ਇਹਨਾਂ ਦੇ ਵਿੱਚ, ਕਿਉਂਕਿ ਮੁਹਾਲੀ ਸਾਡੀ ਸ਼ੋਕੇਸ ਵਿੰਡੋ ਹੈ, ਲੁਧਿਆਣਾ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ ਪਿਆ, ਅੰਮ੍ਰਿਤਸਰ ਗੁਰੂ ਸਾਹਿਬ ਦੀ ਨਗਰੀ ਹੈ, ਉੱਥੇ ਕਨੈਕਟੀਵਿਟੀ ਹੈ ਜਿਹੜੀ ਉਹ ਦਰਬਾਰ ਸਾਹਿਬ ਨੂੰ, ਦੁਰਗਿਆਣਾ ਮੰਦਿਰ ਨੂੰ ਜੇ ਰੇਲਵੇ ਸਟੇਸ਼ਨ ਤੋਂ ਸਪੋਜ਼ ਮੇਰੀ ਆਪਣੀ ਐਗਜ਼ੰਪਸ਼ਨਸ ਨੇ, ਰੇਲਵੇ ਸਟੇਸ਼ਨ ਤੋਂ 에ਅਰਪੋਰਟ ਤੋਂ ਕਨੈਕਟੀਵਿਟੀ ਹੋਵੇ, ਮੈਟਰੋ ਦਾ ਇੱਕ ਛੋਟਾ ਸਮੋਲਰ ਵਰਸ਼ਨ ਆਉਂਦਾ ਹੈ, ਮਾਡਰਨ ਵਰਸ਼ਨ ਹੈਗਾ ਮੈਟਰੋ ਨੀਓ ਔਰ ਲਾਈਟ, ਉਹਦੇ ਵਾਸਤੇ ਅਸੀਂ ਰਾਈਟਸ ਆਰਗੇਨਾਈਜੇਸ਼ਨ ਹੈ ਜਿਹੜੀ ਅਸੀਂ ਉਹਨੂੰ ਲਿਖਣ ਲੱਗੇ ਹਾਂ, ਉਹਨਾਂ ਤੋਂ ਫੀਜ਼ੀਬਿਲਿਟੀ ਹੈ ਜਿਹੜੀ ਉਹਦੀ ਸਟੱਡੀ ਕਰਾਵਾਂਗੇ, ਅਤੇ ਜੇ ਉਹ ਫੀਜ਼ੀਬਲ ਹੋਇਆ, ਜੇ ਉਹ ਹਰ ਪੱਖੋਂ ਸਕਸੈਸਫੁਲ ਹੁੰਦਾ ਨਜ਼ਰ ਆਇਆ, ਤੇ ਫਿਰ ਮਾਨ ਸਾਹਿਬ ਦੀ ਦਿਲੀ ਇੱਛਾ ਹੈ ਕਿ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਮੈਟਰੋ ਲਾਂਚ ਕੀਤੀ ਜਾਵੇ, ਅਤੇ ਉਹਨਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਅਸੀਂ ਵਚਨਬੱਧ ਹਾਂ। ਅਮਨ ਜੀ, ਆਖਿਰ ਦੇ ਵਿੱਚ 23 ਦਾ ਟੀਚਾ ਕੀ ਹੈ? ਕੀ ਕੁਛ ਤੁਸੀਂ ਆਪਣੇ ਵਿਭਾਗ ਦੇ ਵਿੱਚ ਔਰ ਸਰਕਾਰ ਦੇ ਵਜੋਂ, ਕਿਉਂਕਿ ਤੁਸੀਂ ਸੀਨੀਅਰ ਵਜ਼ੀਰ ਵੀ ਹੋ, ਕੀ ਕੁਝ ਸਰਕਾਰ ਦੇ ਵਜੋਂ 23 ਦੇ ਵਿੱਚ ਲੋਕਾਂ ਨੂੰ ਸੁਕਾ ਦਿੰਦੇ ਹੋਏ ਨਜ਼ਰ ਆਓ? ਦੇਖੋ, ਆਪਦੇ ਵਿਭਾਗਾਂ ਦੀ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ। ਹੁਣ ਮਾਨ ਸਾਹਿਬ ਨੇ ਤੇ ਪੂਰੀ ਸਰਕਾਰ ਨੇ ਕਿਹੜੇ ਗਿਫਟ ਦੇਣੇ ਨੇ ਉਹ ਤਾਂ ਉਹੀ ਦੱਸ ਸਕਦੇ ਨੇ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਿਉਂਕਿ ਲੋਕ ਇਹ ਵੀ ਮੰਨ ਲੈਂਦੇ ਕਿ ਥੋੜੇ ਇੰਪੇਸ਼ੈਂਟ ਵੀ ਹੋ ਜਾਂਦੇ ਨੇ ਲੋਕੀ, ਐਕਸਪੈਕਟੇਸ਼ਨਸ ਵੀ ਜ਼ਿਆਦਾ ਰੱਖ ਲੈਂਦੇ ਨੇ, ਤਾਂ ਉਹਨਾਂ ਨੂੰ ਕੀ ਕਹਿਣਾ? ਦੇਖੋ, ਇਸ ਤਰ੍ਹਾਂ ਕਿ ਐਕਸਪੈਕਟੇਸ਼ਨ ਰੱਖਣਾ ਕੋਈ ਗਲਤ ਵੀ ਨਹੀਂ ਹੁੰਦਾ ਹੈਗਾ, ਹੋਣੀਆਂ ਚਾਹੀਦੀਆਂ ਨੇ, ਚੁਣੀ ਹੋਈ ਸਰਕਾਰਾਂ ਤਾਂ ਹੋਣੀਆਂ ਚਾਹੀਦੀਆਂ ਨੇ, ਪਰ ਉਨੀ ਨਾਲ ਜਿੰਨੀ ਐਕਸਪੈਕਟੇਸ਼ਨ ਜ਼ਰੂਰੀ ਉਨੀ ਨਾਲ ਪੇਸ਼ੈਂਸ, ਸਬਰ ਵੀ ਜ਼ਰੂਰੀ ਹੈ, ਕਿਉਂਕਿ ਇੱਕ ਦਿਨ 'ਚ ਤਾਂ ਸਾਰਾ ਕੁਝ ਹੋ ਨਹੀਂ ਸਕਦਾ। ਔਰ ਜਿਹੋ ਜਿਹੇ ਹਾਲਾਤ ਪੰਜਾਬ ਦੇ ਪਿਛਲੀਆਂ ਸਰਕਾਰਾਂ ਬਣਾ ਕੇ ਛੱਡ ਗਈਆਂ ਕਿ ਕਰਜ਼ਈ ਕਰ ਗਈਆਂ, ਹੋਰ ਸਾਰਾ ਕੁਛ, ਜਿੰਨੀਆਂ ਉਹਨਾਂ ਦੀਆਂ ਐਕਸਪੈਕਟੇਸ਼ਨਸ ਸੋਚਾਂ ਹੈਗੀਆਂ ਉਹ ਤੋਂ ਵੱਧ ਕੇ ਭਗਵੰਤ ਮਾਨ ਜੀ ਦੇ ਖੁਦ ਆਪਦੀ ਇੱਛਾ ਰਹਿੰਦੀ ਹੈ, ਸਾਡੇ ਸਾਰਿਆਂ ਨੂੰ ਵੀ ਉਹ ਇੰਸਪਾਇਰ ਕਰਦੇ ਰਹਿੰਦੇ ਨੇ। ਸੋ ਅਸੀਂ ਲੱਗੇ ਹੋਏ ਹਾਂ ਜੀ, ਬਹੁਤ ਕੁਛ ਹੈ ਜਿਹੜਾ ਹੈ ਜੀ ਪ੍ਰੀਲਿਮਿਨਰੀ ਸਟੇਜਸ 'ਤੇ ਸਰਕਾਰ ਦੇ ਦਿਮਾਗ ਦੇ ਵਿੱਚ ਚੱਲ ਰਿਹਾ, ਉਹਨੂੰ ਮੈਂ ਇਸੇ ਸਟੇਜ ਦੇ ਉੱਪਰ ਮੈਂ ਡਿਸਕਲੋਜ਼ ਕਰਾਂ ਉਹ ਕੋਈ ਸੈਂਸ ਨਹੀਂ ਬਣਦੀ ਹੈਗੀ। ਇਹ ਸਵਾਲ ਨੇ ਜਿਹੜੇ ਵੱਡੇ ਪਲਾਨਸ, ਜੇ ਤੁਸੀਂ ਸੁਣਨੇ ਤਾਂ ਫਿਰ ਤੁਸੀਂ ਇੱਕ ਦਿਨ ਸੀਐਮ ਸਾਹਿਬ ਨੂੰ ਇੰਟਰਵਿਊ ਕਰੋ। ਕਹਿੰਦੇ ਕਿ 22 ਦੇ ਵਿੱਚ ਤਾਂ ਬਹੁਤ ਮੰਤਰੀ ਤੇ ਸਾਬਕਾ ਵਿਧਾਇਕ ਟੰਗ ਦਿੱਤੇ ਨੇ, 23 ਦੇ ਵਿੱਚ ਕਿੰਨਾ ਕਿੰਨਾ ਨੂੰ ਟੰਗਣ ਦੀ ਤਿਆਰੀ ਹੈ, ਚੰਨੀ ਦੇ ਉੱਤੇ ਵੀ ਰਡਾਰ ਪਹੁੰਚ ਚੁੱਕੀ ਹੈ। ਨਹੀਂ ਗਗਨ ਜੀ, ਇਹ ਸਾਡਾ ਫੋਕਸ ਇਹ ਨਹੀਂ ਹੈ। ਸਾਡਾ ਇਹ ਫੋਕਸ, ਕਹਿੰਦੇ ਕਿ ਪੋਲੀਟੀਕਲ ਵੰਡੇਟਾ ਕਰਦੇ। ਮੈਂ ਕਹਿੰਦਾ ਜੀ, ਹੁਣ ਤੁਸੀਂ ਚੰਨੀ ਸਾਹਿਬ ਦੀ ਗੱਲ ਕੀਤੀ, ਮੈਨੂੰ ਤੁਹਾਡੇ ਤੋਂ ਪਹਿਲਾਂ ਹੁਣ ਇੱਕ ਪੱਤਰਕਾਰ ਸਾਥੀ ਦੱਸ ਕੇ ਗਏ ਨੇ, ਕਹਿੰਦੇ ਕਿਸੇ ਸੰਸਥਾ ਦੇ ਖਾਤੇ ਦੇ ਵਿੱਚੋਂ 1.5 ਕਰੋੜ ਰੁਪਇਆ ਉਹਦੇ ਮੁੰਡੇ ਦੇ ਵਿਆਹ 'ਤੇ ਲਾਤਾ। ਹੁਣ ਜੇ ਕੋਈ ਬੰਦਾ ਇਹੋ ਜਿਹਾ ਕੰਮ ਕਰੂਗਾ ਤੇ ਉਹ ਟੰਗੇ ਜਾਣਾ ਚਾਹੀਦਾ ਕਿ ਨਹੀਂ ਟੰਗੇ ਜਾਣਾ ਚਾਹੀਦਾ? ਤੁਸੀਂ ਦੱਸ ਦਿਓ। ਸਾਡਾ ਇਹ ਫੋਕਸ ਨਹੀਂ ਹੈ ਜੀ, ਨਾ ਸਾਡਾ ਇਹ ਮਕਸਦ ਹੈ, ਨਾ ਅਸੀਂ ਕਿਸੇ ਨੂੰ ਟੰਗਣ ਜਾਂ ਨਾ ਕਿਸੇ ਨੂੰ ਪੰਜਾਬ ਲੁਟਾਉਣ ਦੇ ਮਕਸਦ ਨਾਲ ਅਸੀਂ ਪੰਜਾਬ ਨਹੀਂ ਆਏ ਹੈਗੇ। ਅਸੀਂ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਦੇ ਮਕਸਦ ਦੇ ਨਾਲ ਆਏ ਹਾਂ ਔਰ ਇਹੀ ਕੰਮ ਕਰ ਰਹੇ ਹਾਂ। ਸੋ ਇਸ ਕਰਕੇ ਜਿਹਨੇ ਕਿਸੇ ਗਲਤ ਨਹੀਂ ਕੀਤਾ ਹੈਗਾ ਉਹਨੂੰ ਭੋਰਾ ਡਰਨ ਦੀ ਲੋੜ ਨਹੀਂ, ਆਪਦਾ ਹਿੱਕ ਥਾਪੜ ਕੇ ਉਹ ਮੌਜ ਨਾਲ ਘਰੇ ਬੈਠੇ। ਜਿਹਨੇ ਕਿਸੇ ਨੇ ਗਲਤ ਕੀਤਾ ਉਹ ਜਿੱਥੇ ਮਰਜ਼ੀ ਭੱਜ ਲਿਓ, ਬਖਸ਼ੇ ਨਹੀਂ ਜਾਣਾ। ਬਹੁਤ ਧੰਨਵਾਦ ਅਮਨ ਜੀ। ਤਾਂ ਇਹ ਤਾਂ ਸਨ ਅਮਨ ਅਰੋੜਾ, ਜੋ ਕਿ ਤਮਾਮ ਸਵਾਲਾਂ ਦੇ ਜਵਾਬ ਜੋ ਨੇ ਉਹ ਬੜੀ ਬੇਬਾਕੀ ਦੇ ਨਾਲ ਦਿੰਦੇ ਹੋਏ ਨਜ਼ਰ ਆਏ ਨੇ ਔਰ ਕਹਿ ਰਹੇ ਨੇ ਕਿ ਜਨਤਾ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਥੋੜਾ ਪੇਸ਼ੈਂਸ ਰੱਖਣ, ਸਬਰ ਰੱਖਣ। ਸਰਕਾਰ ਕੰਮ ਕਰ ਰਹੀ ਔਰ 23 ਦੇ ਵਿੱਚ ਵੀ ਵੱਡੀਆਂ ਸੁਗਾਤਾਂ ਲੈ ਕੇ ਜਨਤਾ ਤੱਕ ਪਹੁੰਚੂਗੀ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।